राधा स्वामी जी, राधा स्वामी जी। बेटी ਜਿਹੜਾ ਤਿਉਹਾਰ ਹੈ, ਜਿਸ ਤਰ੍ਹਾਂ ਕੱਲ੍ਹ ਦੀ ਗੁਰੂ ਮਾਈ ਦੇ ਦਰਬਾਰ ਦੇ ਵਿੱਚ ਜਿਹੜੀ ਸੰਗਤ ਪਹੁੰਚੀ, ਸਭ ਨੇ ਹੀ ਆਪਣੇ ਆਪਣੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਕੋਲੋਂ ਕੁਛ ਮੰਗਿਆ, ਬੇਨਤੀ ਕੀਤੀ, ਅਰਦਾਸ ਕੀਤੀ। ਔਰ ਇਹ ਵੀ ਕੱਲ੍ਹ ਦੱਸਿਆ ਸੀ ਕਿ ਸਿੱਖ ਦੀ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਦਾ ਦੀਵਾਲੀ ਸਾਧਕੀ ਆਠੋਂ ਪਿਆਰ ਬਸੰਤ, ਇਸੇ ਤਰ੍ਹਾਂ ਹੀ ਸਿੱਖ ਵਾਸਤੇ ਵੀ ਜਿਹੜਾ ਲੋਹੜੀ ਦਾ ਤਿਉਹਾਰ, ਜਿਸ ਤਰ੍ਹਾਂ ਹੈ, ਜੋ ਇਹਦੇ 'ਤੇ ਇੱਕ ਮਰਿਆਦਾ, ਜੋ ਉਹ ਚੀਜ਼ ਸਿੱਖ ਦੇ ਜੀਵਨ 'ਚ ਹਮੇਸ਼ਾ ਹੀ ਰਹਿੰਦੀ ਹੈ। ਕਿਉਂਕਿ ਜਿਸ ਤਰ੍ਹਾਂ ਇਸ ਤਿਉਹਾਰ ਤੋਂ ਕਿੰਨੇ ਕਿੰਨੇ ਦਿਨ ਪਹਿਲਾਂ ਹੀ ਬੱਚੇ ਸ਼ੁਰੂ ਹੋ ਜਾਂਦੇ ਨੇ ਲੋਹੜੀ ਮੰਗਣਾ, ਘਰਾਂ ਦੇ ਵਿੱਚ ਜਾ ਕੇ ਆਪਣਾ ਦਰਵਾਜ਼ਾ ਖੜਕਾਉਂਦੇ ਨੇ, ਮੰਗਦੇ ਨੇ। ਅਤੇ ਉਹਦੇ ਵਿੱਚ ਕਈ ਤਰ੍ਹਾਂ ਦੇ ਰਿਵਾਜ਼ ਸੀ, ਬੜੇ ਬੜੇ ਤਰ੍ਹਾਂ ਦੇ ਲੋਕ ਗੀਤ ਆ, ਉਹਨਾਂ ਦੁਆਰਾ ਉਹਨਾਂ ਕੋਲੋਂ ਕਿਸੇ ਤਰ੍ਹਾਂ ਵੀ ਜੋ ਵੀ ਵਸਤਾਂ ਜਿਹੜੀਆਂ ਨੇ ਉਹ ਮੰਗਦੇ ਨੇ। ਇਸੇ ਤਰ੍ਹਾਂ ਸਿੱਖ ਵੀ ਹਮੇਸ਼ਾ ਹੀ ਆਪਣੇ ਸਤਿਗੁਰਾਂ ਦੇ ਪਾਸ ਕੋਈ ਨਾ ਕੋਈ ਅਰਦਾਸ ਕਰਦਾ ਰਹਿੰਦਾ ਹੈ, ਕੁਛ ਨਾ ਕੁਛ ਮੰਗਦਾ ਹੀ ਰਹਿੰਦਾ ਹੈ। ਲੇਕਿਨ ਜੋ ਸਤਿਗੁਰਾਂ ਦੇ ਤਰੀਕੇ ਨਾਲ, ਜੋ ਉਹਨਾਂ ਨੇ ਸਾਨੂੰ ਦੱਸਿਆ ਕਿ ਮੰਗਣ ਵਾਲੀ ਅਸਲੀ ਚੀਜ਼ ਕੀ ਹੈ, ਜੇ ਉਹ ਸਾਨੂੰ ਮਿਲ ਜਾਂਦੀ ਹੈ ਅਤੇ ਫਿਰ ਸਾਨੂੰ ਹੋਰ ਕੋਈ ਵਸਤਾਂ ਮੰਗਣ ਦੀ ਫਿਰ ਲੋੜ ਨਹੀਂ ਪੈਂਦੀ। ਕਿਉਂਕਿ ਜਿਸ ਤਰ੍ਹਾਂ ਨੇ ਫਰਮਾਇਆ ਕਿ ਦਾਤਾਂ ਨੂੰ ਮੰਗ ਲਓ, ਅਤੇ ਦਾਤਾਂ ਜਿਹੜੀਆਂ ਨੇ ਸਭ ਪਿੱਛੇ ਪਿੱਛੇ ਘੁੰਮਦੀਆਂ ਨੇ। ਅਤੇ ਉਸ ਦਾਤਾਂ ਨੂੰ ਮੰਗਣ ਵਾਸਤੇ ਵੀ ਇੱਕ ਜਾਚ, ਜਿਸ ਤਰ੍ਹਾਂ ਲੋਹੜੀ ਮੰਗਣ ਜਾਂਦੇ ਨੇ ਬੱਚੇ, ਉਹਦੇ ਵਿੱਚ ਕਈ ਤਰ੍ਹਾਂ ਦੇ ਉਹ ਲਫ਼ਜ਼ ਜਿਹੜੇ ਵਰਤਦੇ ਨੇ। ਇਸੇ ਤਰ੍ਹਾਂ ਸਿੱਖ ਵੀ ਜਦੋਂ ਮੰਗਦਾ ਹੈ ਅਤੇ ਉਹਨੂੰ ਵੀ ਮੰਗਣ ਦਾ ਤਰੀਕਾ, ਉਹ ਵੀ ਸਾਨੂੰ ਸਤਸੰਗ ਦੇ ਵਿੱਚ ਹੀ ਪਤਾ ਚੱਲਦਾ ਹੈ, ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਮੰਗਣਾ ਹੈ, ਕੀ ਮੰਗਣਾ ਹੈ। ਔਰ ਉਹ ਜਿਹੜੀ ਮਰਿਆਦਾ ਜਿਹੜੀ ਹੈ, ਉਸੇ ਤਰ੍ਹਾਂ ਹੀ ਸਤਿਗੁਰੂ ਫਿਰ ਬਖਸ਼ਦੇ ਵੀ ਹਨ ਸਭ ਕੁਛ। ਅਤੇ ਅੱਜ ਵੀ ਜਿਸ ਤਰ੍ਹਾਂ ਸੰਗਰਾਂਦ ਦਾ ਦਿਨ ਹੈ, ਕਈ ਵਾਰੀ ਦੱਸਿਆ ਹੈ ਕਿ ਦਿਨ ਵਾਰ ਸਾਰੇ ਇੱਕੋ ਜਿਹੀ, ਬਾਕੀ ਜਿਸ ਤਰ੍ਹਾਂ ਹੁਣ ਕੱਲ੍ਹ ਦਾ ਦਿਨ ਸੀ, ਉਹ ਅਸੀਂ ਇੱਕ ਦੇਖੇ ਕਿ ਵੀ ਅੱਜ ਲੋਹੜੀ ਹੈ, ਅੱਜ ਦੀਵਾਲੀ ਹੈ, ਅੱਜ ਵਿਸਾਖੀ ਹੈ, ਅਲੱਗ ਅਲੱਗ ਜਿਸ ਤਰ੍ਹਾਂ ਦਿਨ ਬਣਾਏ ਨੇ। ਬਾਕੀ ਬਾਹਰਲੇ ਤੌਰ ਦੇ ਉੱਤੇ ਜੋ ਕੁਦਰਤ ਨੇ ਜਿਸ ਤਰ੍ਹਾਂ ਬਣਾਇਆ, ਉਹਦੇ ਵਿੱਚ ਤਾਂ ਕੋਈ ਪਰਿਵਰਤਨ ਨਹੀਂ ਹੁੰਦਾ। ਰੋਜ਼ ਉਸੇ ਤਰ੍ਹਾਂ ਹੀ ਸੂਰਜ ਚੜ੍ਹਦਾ ਹੈ, ਉਸੇ ਤਰ੍ਹਾਂ ਹੀ ਛਿਪਦਾ ਹੈ, ਉਸੇ ਤਰ੍ਹਾਂ ਰਾਤ ਪੈਂਦੀ, ਉਸੇ ਤਰ੍ਹਾਂ ਫਿਰ ਦਿਨ ਨਿਕਲ ਆਉਂਦਾ ਹੈ। ਲੇਕਿਨ ਅਲੱਗ ਅਲੱਗ ਦਿਨ ਵਾਰ ਅਸੀਂ ਜਿਹੜੇ ਆ ਜਦੋਂ ਸਤਿਗੁਰਾਂ ਦੇ ਉਹਨਾਂ ਦੇ ਨਾਲ ਜੋੜ ਦਿੰਦੇ ਹਾਂ, ਅਤੇ ਹਰ ਇੱਕ ਦਿਨ ਹੀ ਉਹ ਜਿਹੜਾ ਆ ਉਹ ਇੱਕ ਨਵੀਂ ਸਵੇਰ ਹੁੰਦੀ ਹੈ। ਸਾਨੂੰ ਕੁਝ ਨਵਾਂ ਤੋਂ ਨਵਾਂ ਕੁਝ ਸਿੱਖਣ ਨੂੰ ਮਿਲਦਾ ਹੈ, ਹਰ ਵੇਲੇ ਹੀ ਸਾਨੂੰ ਕੁਛ ਨਵਾਂ ਪਤਾ ਚੱਲਦਾ ਹੈ, ਔਰ ਚਾਹੀਦਾ ਵੀ ਹੈ। ਕਈ ਵਾਰ ਅਸੀਂ ਕਹਿੰਦੇ ਹਾਂ, ਹੁਣ ਅੱਜ ਵੀ ਜਿਸ ਤਰ੍ਹਾਂ ਸੰਗਰਾਂਦ ਦੇ ਦਿਨ 'ਤੇ ਅਸੀਂ ਸਾਰੇ ਇਕੱਠੇ ਹੋਏ ਹਾਂ, ਇਹ ਦਿਨ ਜਿਸ ਤਰ੍ਹਾਂ ਇਹ ਹਿੰਦੂ ਧਰਮ ਦੇ ਵਿੱਚ ਬਹੁਤ ਹੀ ਇਹਨੂੰ ਇੱਕ ਵਧੀਆ ਦਿਨ ਮੰਨਿਆ ਗਿਆ ਹੈ। ਅੱਜ ਦੇ ਦਿਨ ਬਹੁਤ ਲੋਕ ਜਿਹੜੇ ਨੇ ਤੀਰਥਾਂ 'ਤੇ ਇਸ਼ਨਾਨ ਕਰਦੇ ਨੇ, ਬੜਾ ਵੱਡਾ ਉਹ ਉਹਨਾਂ ਨੂੰ ਕਹਿੰਦੇ ਆ ਕਿ ਪੁੰਨ ਸਮਝਦੇ ਨੇ ਇਸ ਚੀਜ਼ ਨੂੰ, ਔਰ ਬੜਾ ਹੀ ਜਿਹੜਾ ਦਿਨ ਭਾਗਾਂ ਵਾਲਾ ਹੈ। ਲੇਕਿਨ ਜੋ ਸਤਿਗੁਰਾਂ ਦੇ ਮਰਿਆਦਾ ਮੁਤਾਬਕ ਜਿਸ ਤਰ੍ਹਾਂ ਉਹ ਸਮਝਾਉਂਦੇ ਨੇ ਸਾਨੂੰ, ਕਿਉਂਕਿ ਬੜੇ ਲੋਕ ਇਸ਼ਨਾਨ ਕਰਦੇ ਨੇ, ਪਤਾ ਨਹੀਂ ਕਿੰਨੀ ਕਿੰਨੀ ਉਮਰ ਹੋ ਗਈ ਇਸ਼ਨਾਨ ਕਰਦਿਆਂ ਉਹਨਾਂ ਨੂੰ, ਪਰ ਉਹ ਜਿਹੜੀ ਵਿਚਲੀ ਗੱਲ ਸੀ ਉਹਦੀ ਸਮਝ ਨਹੀਂ ਆਈ। ਉਹਨਾਂ ਕਿਹਾ ਕਿ ਜਿਉਂ ਕੇਲੇ ਕੇ ਪਾਤ ਮੇ ਪਾਤ ਪਾਤ ਮੇ ਪਾਤ, ਤਿਉ ਸੰਤਨ ਕੀ ਬਾਤ ਮੇ ਬਾਤ ਬਾਤ ਮੇ ਬਾਤ। ਉਹਨਾਂ ਦੇ ਹਰ ਗੱਲ ਦੇ ਵਿੱਚ ਹੀ ਕੋਈ ਨਾ ਕੋਈ ਰਹੱਸ ਹੈ, ਔਰ ਉਹ ਸਤਿਗੁਰਾਂ ਤੋਂ ਬਗੈਰ, ਉਹਨਾਂ ਦੇ ਸੰਗਤ ਤੋਂ ਬਗੈਰ ਨਹੀਂ ਸਮਝ 'ਚ ਆਉਂਦੀ ਉਹ ਚੀਜ਼। ਇਸ ਕਰਕੇ ਇਹ ਜਿਹੜੇ ਦਿਨ ਵਾਰ ਵੀ ਨੇ, ਬਸ ਉਹਨਾਂ ਦੇ ਮਰਿਆਦਾ ਦੇ ਮੁਤਾਬਕ ਅਸੀਂ ਸਤਿਗੁਰਾਂ ਦੇ ਵਚਨਾਂ ਨੂੰ ਸਮਝਣਾ ਹੈ ਅਤੇ ਉਹਨਾਂ ਦਾ ਫਾਇਦਾ ਲੈਣਾ ਹੈ। ਅਤੇ ਅੱਜ ਵੀ ਜੋ ਮਾਘ ਦਾ ਮਹੀਨਾ ਚੜ੍ਹਿਆ ਹੈ, ਸਤਿਗੁਰ ਦਇਆ ਕਿਰਪਾ ਕਰਨ ਕਿ ਕਈਆਂ ਵਾਸਤੇ ਨਵਾਂ ਸਾਲ ਜਿਹੜਾ ਕਈ ਧਰਮਾਂ ਦੇ ਮੁਤਾਬਕ ਅੱਜ ਤੋਂ ਵੀ ਸ਼ੁਰੂ ਹੁੰਦਾ ਹੈ,
ਤੇ ਜਿਸ ਤਰ੍ਹਾਂ ਪਿੱਛੇ ਨਵੇਂ ਸਾਲ ਤੇ ਮੈਂ ਬੇਨਤੀ ਕੀਤੀ ਸੀ ਕਿ ਹਰ ਇੱਕ ਨਵਾਂ ਦਿਨ, ਹਰ ਇੱਕ ਨਵਾਂ ਪਲ, ਹਰ ਇੱਕ ਨਵਾਂ ਸਾਲ ਇੱਕ ਨਵੀਂ ਕ੍ਰਾਂਤੀ ਲੈ ਕੇ ਆਉਂਦਾ ਹੈ। ਤੇ ਚਾਹੀਦਾ ਕੀ ਹੈ ਕਿ ਜਦੋਂ ਅਸੀਂ ਕਹਿੰਦੇ ਨਵਾਂ ਦਿਨ, ਨਵਾਂ ਸਾਲ, ਕੁਛ ਵੀ ਹੈ, ਤੇ ਉਦੋਂ ਕੁਛ ਨਾ ਕੁਛ ਸਾਡੇ ਵਿੱਚ ਵੀ ਅਸੀਂ ਕੁਛ ਬਦਲਾਓ, ਜਿਹੜੇ ਕੋਈ ਪੁਰਾਣੀਆਂ ਜਾਂ ਕੋਈ ਐਸੀਆਂ ਆਦਤਾਂ ਜਾਂ ਐਸੇ ਗਲਤ ਖਿਆਲ ਜਿਹੜੇ ਨੇ ਉਹ ਨਵਿਆਂ ਦੇ ਵਿੱਚ ਬਦਲ ਜਾਣ। ਸਤਿਗੁਰਾਂ ਦੇ ਜੋ ਦੱਸੇ ਬਚਨਾਂ ਦੇ ਮੁਤਾਬਕ ਅਸੀਂ ਆਪਣੇ ਜੀਵਨ ਨੂੰ ਢਾਲ ਸਕੀਏ। ਅਤੇ ਜੋ ਵੀ ਸਤਿਗੁਰਾਂ ਦੇ ਬਚਨ ਨੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਸ਼ਰਵਣ ਕਰੀਏ ਔਰ ਸਤਿਗੁਰਾਂ ਦੇ ਪਾਸੋਂ ਬੇਨਤੀ ਕਰੀਏ ਕਿ ਬਈ ਉਸੇ ਤਰ੍ਹਾਂ ਦਾ ਜੀਵਨ ਸਾਡਾ ਬਣ ਜਾਵੇ। ਹਾਂਜੀ ਬੇਟੇ। ਬਾਣੀ ਗੁਰੂ ਗ੍ਰੰਥ ਸਾਹਿਬ ਜੀ 12 ਮਾਹ ਮਾਝ ਮਹੱਲਾ ਪੰਜਵਾਂ ਘਰ ਚੌਥਾ। ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ। ਹੁਣ ਸਤਿਗੁਰੂ ਫਰਮਾਉਂਦੇ ਨੇ ਕਿ ਦੁਨੀਆ ਦੇ ਬਹੁਤ ਰੀਤੀ ਰਿਵਾਜ ਨੇ, ਉਹ ਆਪਣੇ ਆਪਣੇ ਰੀਤੀ ਰਿਵਾਜਾਂ ਦੇ ਮੁਤਾਬਕ ਸਭ ਚੱਲਦੇ ਨੇ। ਜਿਸ ਤਰ੍ਹਾਂ ਕੋਈ ਦਿਨ ਬਹੁਤ ਸ਼ੁਭ ਮੰਨੇ ਗਏ ਨੇ, ਕੋਈ ਇਸ ਤਰ੍ਹਾਂ ਦੇ ਮੰਨੇ ਗਏ ਕਿ ਬਈ ਚੱਲੀ ਜਾਂਦਾ ਇਸ ਤਰ੍ਹਾਂ, ਪਰ ਜੋ ਸਤਿਗੁਰ ਦੱਸਦੇ ਨੇ ਉਹ ਕਹਿੰਦੇ ਨੇ ਕਿ ਬਈ ਦਿਨ ਸਾਰੇ ਹੀ ਵਧੀਆ ਨੇ, ਪਰ ਜਦੋਂ ਤੈਨੂੰ ਜਾਗ ਆ ਜਾਂਦੀ ਹੈ, ਅੱਜ ਦੇ ਦਿਨ ਵੀ ਮੰਨ ਲਵੋ ਕੋਈ ਗੋਲੀ ਖਾ ਕੇ ਸੁੱਤਾ ਰਹੇ, ਕੋਈ ਬੇਹੋਸ਼ ਪਿਆ ਰਹੇ, ਤੇ ਉਹਦੇ ਵਾਸਤੇ ਇਸ ਦਿਨ ਦਾ ਕੀ ਮਹੱਤਵ ਹੈ? ਉਹਨੂੰ ਤਾਂ ਕੋਈ ਪਤਾ ਨਾ ਲੱਗਾ ਇਸ ਚੀਜ਼ ਦਾ। ਜਦੋਂ ਸਾਨੂੰ ਹੋਸ਼ ਆ ਜਾਵੇ, ਜਦੋਂ ਸਾਨੂੰ ਪਤਾ ਚੱਲ ਜਾਵੇ, ਉਹ ਦਿਨ ਹੀ ਵਧੀਆ ਵਾ। ਤੇ ਉਹਨੇ ਫਰਮਾਇਆ ਕਿ ਅੱਜ ਦੇ ਦਿਨ ਦੇ ਨਾਲ ਬਹੁਤ ਚੀਜ਼ਾਂ ਜੁੜੀਆਂ ਨੇ। ਲੋਕ ਇਸ਼ਨਾਨ ਕਰਦੇ ਨੇ, ਜਿਸ ਨੂੰ ਫਰਮਾਇਆ ਕਿ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਕਹਿੰਦੇ ਲੋਕ ਬੜੇ ਬੜੇ ਤੀਰਥਾਂ ਤੇ ਦਰਿਆਵਾਂ ਦੇ ਵਿੱਚ ਇਸ਼ਨਾਨ ਕਰਦੇ ਨੇ, ਪਰ ਤੂੰ ਕਾਹਦੇ ਵਿੱਚ ਇਸ਼ਨਾਨ ਕਰਨਾ ਹੈ? ਸਿੱਖ ਨੇ ਕਾਹਦੇ ਵਿੱਚ ਇਸ਼ਨਾਨ ਕਰਨਾ ਹੈ? ਉਹਨੇ ਕਿਹਾ ਧੂੜੀ ਕਰ ਇਸ਼ਨਾਨ। ਕਿਹਦੀ ਧੂੜ? ਦੇ ਸਾਧੂਆਂ ਦੇ ਚਰਨਾਂ ਦੀ ਧੂੜ। ਜਦੋਂ ਤੱਕ ਸਾਨੂੰ ਇਸ ਗੱਲ ਦੀ ਸਮਝ ਨਹੀਂ ਲੱਗੇਗੀ, ਅਸੀਂ ਕੋਈ ਫਾਇਦਾ ਨਹੀਂ ਉਠਾ ਸਕਦੇ ਉਸ ਚੀਜ਼ ਤੋਂ। ਇਹ ਕੀ ਹੋ ਰਿਹਾ? ਜਿਸ ਤਰ੍ਹਾਂ ਅਸੀਂ ਹੁਣ ਬੈਠੇ ਹਾਂ ਇੱਥੇ, ਇਹ ਵੀ ਉਹਨਾਂ ਦੇ ਚਰਨਾਂ ਦੀ ਧੂੜ ਦੇ ਇਸ਼ਨਾਨ, ਉਹਨਾਂ ਦੇ ਬਚਨਾਂ ਦੇ ਰਾਹੀਂ ਸਾਡਾ ਇਸ਼ਨਾਨ, ਜੋ ਮੈਲਾਂ ਲੱਥ ਰਹੀਆਂ ਨੇ। ਨਹੀਂ ਤੇ ਤੀਰਥਾਂ 'ਤੇ ਨਹਾ ਕੇ ਵੀ ਜਿਹੜੀ ਤਨ ਦੀ ਮੈਲ ਜਿਹੜੀ ਲੱਥਦੀ ਹੈ, ਉਹ ਘਰ ਵੀ ਲੱਥਦੀ ਹੈ। ਬਾਕੀ ਠੀਕ ਹੈ, ਜੇ ਸਾਡੇ ਮਨ ਦੇ ਵਿੱਚ ਉਹ ਪਤਾ ਹੋਵੇ, ਉਹ ਭਾਵ ਹੋਵੇ, ਉਹ ਪਿਆਰ ਹੋਵੇ, ਤੇ ਜੇ ਅਸੀਂ ਉੱਥੇ ਜਾ ਕੇ ਕੁਛ ਜੀਵਨ ਨੂੰ ਬਦਲ ਦਈਏ ਕਿ ਠੀਕ ਹੈ ਵੀ ਅੱਜ ਤੋਂ ਬਾਅਦ ਮੈਂ ਇਸ਼ਨਾਨ ਕਰ ਲਿਆ ਹੈ, ਹੁਣ ਅੱਜ ਤੋਂ ਬਾਅਦ ਮੈਂ ਆਹ ਬੁਰਾਈ ਛੱਡ ਦਿੱਤੀ ਹੈ। ਉੱਥੋਂ ਦਾ ਕੋਈ ਸਤਸੰਗ ਸੁਣ ਕੇ, ਕੀਰਤਨ ਸੁਣ ਕੇ, ਕੋਈ ਅੱਛੀ ਗੱਲ ਸੁਣ ਕੇ ਹੀ ਉਹ ਆਪਣੇ ਜੀਵਨ ਨੂੰ ਬਦਲ ਲਈਏ, ਤੇ ਫਿਰ ਤਾਂ ਉਹ ਫਾਇਦਾ ਹੈ। ਪਰ ਜੇ ਉੱਥੇ ਜਾ ਕੇ ਵੀ, ਜਿਸ ਤਰ੍ਹਾਂ ਕਈ ਵਾਰੀ ਸਤਿਗੁਰਾਂ ਨੇ ਦੱਸਣਾ ਕਿ ਲੋਕ ਇਸ਼ਨਾਨ ਕਰਨ ਜਾਂਦੇ ਨੇ ਤੀਰਥਾਂ 'ਤੇ, ਗੁਰਦੁਆਰਿਆਂ 'ਚ, ਮੰਦਰਾਂ 'ਚ, ਉੱਥੇ ਜਾ ਕੇ ਵੀ ਮਨ ਜਿਹੜਾ ਹੈ ਖਹਿੜਾ ਨਹੀਂ ਛੱਡਦਾ। ਉੱਥੇ ਜਾ ਕੇ ਵੀ ਮਨ ਆਪਣੀਆਂ ਸ਼ੈਤਾਨੀਆਂ ਕਰੀ ਜਾਂਦਾ ਹੈ। ਹੁਣ ਜਿਹੜਾ ਬੰਦਾ ਭੀੜ ਵੇਖ ਕੇ ਉੱਥੇ ਗਿਆ ਹੀ ਚੋਰੀ ਕਰਨੇ ਕਿ ਅੱਜ ਬੜਾ ਰਸ਼ ਹੈ, ਅੱਜ ਇੱਥੇ ਲੋਕ ਇਸ਼ਨਾਨ ਕਰਨੇ, ਲੋਕਾਂ ਨੇ ਕੱਪੜੇ ਲਾ ਕੇ ਰੱਖੇ ਨੇ, ਕੱਪੜਿਆਂ 'ਚੋਂ ਪਰਸ ਹੀ ਲੋਕਾਂ ਦੇ ਕੱਢ ਲੈਂਦਾ ਹੈ, ਤੇ ਬਈ ਉਹਦੇ ਵਾਸਤੇ ਉਸ ਦਿਨ ਦਾ ਕੀ ਮਹੱਤਵ ਹੈ? ਉਹਦੇ ਵਾਸਤੇ ਕੋਈ ਫਰਕ ਨਹੀਂ। ਇਸ ਲਈ ਉਹਨੇ ਫਰਮਾਇਆ ਕਿ ਮਾਘ ਮਜਨ ਸੰਗ ਸਾਧੂਆਂ, ਕਿ ਬਈ ਇਹਦੇ ਵਿੱਚ ਇਸ ਚੀਜ਼ ਦਾ ਧਿਆਨ ਰੱਖਣਾ ਕਿ ਮਹੀਨਾ ਨਵਾਂ ਸਾਲ ਚੜਿਆ ਹੈ, ਅਤੇ ਇਹਦੇ ਵਿੱਚ ਸਾਧੂਆਂ ਦਾ ਧੂੜੀ ਦਾ ਇਸ਼ਨਾਨ, ਚਰਨਾਂ ਦਾ, ਉਹਦਾ ਅਸੀਂ ਸਮਰਨ ਕਰੀਏ, ਸਤਿਗੁਰਾਂ ਦੇ ਬਚਨਾਂ ਦੇ ਮੁਤਾਬਕ ਆਪਣਾ ਜੀਵਨ ਜਿਹੜਾ ਆ ਉਹਨੂੰ ਬਦਲੀਏ। ਉਹਦੇ ਨਾਲ ਇਸ਼ਨਾਨ ਹੋਵੇ, ਜਿਹੜੀ ਮੈਲ ਜਿਹੜੀ ਹੈ ਸਾਡੀ ਮਨ ਦੀ ਮੈਲ ਜਿਹੜੀ ਆ, ਉਹ ਜਿਹੜੀ ਆ ਲੱਥਦੀ ਜਾਵੇ ਰੋਜ਼ ਦਿਨ। ਕਿਉਂਕਿ ਮਨ ਜਿਹੜਾ ਆ ਉਹ ਸਾਨੂੰ ਜ਼ਿਆਦਾ ਭਟਕਾਈ ਫਿਰਦਾ, ਮਨ ਜ਼ਿਆਦਾ ਤੰਗ ਕਰ ਰਿਹਾ ਹੈ। ਮਨ ਦੀ ਮੈਲ ਜਦੋਂ ਤੱਕ ਨਹੀਂ ਲੱਥੇਗੀ, ਇਹਦੇ ਅੰਦਰੋਂ ਉਹ ਜਿਹੜੇ ਵਿਕਾਰ ਜਿਹੜੇ ਨਹੀਂ ਜਾਣਗੇ, ਉਦੋਂ ਤੱਕ ਇਹਨੂੰ ਸ਼ਾਂਤੀ ਨਹੀਂ ਆਉਣੀ। ਚਾਹੇ ਜਿੰਨੇ ਮਰਜ਼ੀ ਦਿਨ ਵਾਰ, ਜਿੰਨੇ ਮਰਜ਼ੀ ਸਾਲ ਬਦਲ ਜਾਣ, ਪਰ ਉਹ ਜਿਹੜੀ ਬਿਮਾਰੀ ਨਹੀਂ ਜਾਂਦੀ ਹੈਗੀ। ਇਸ ਕਰਕੇ
ਸਾਧੂਆਂ ਦੇ ਚਰਨਾਂ ਦੀ ਧੂੜ ਦੇ ਵਿੱਚ ਇਸ਼ਨਾਨ ਕਰਨਾ ਹੈ। ਤੇ ਕਈ ਵਾਰੀ ਦੱਸਿਆ ਕਿ ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਉਹਨਾਂ ਨੇ ਕੀ ਕਿਹਾ ਕਿ ਉਹਨਾਂ ਦੇ ਬਚਨ, ਠੀਕ ਹੈ, ਬਾਹਰੋਂ ਵੀ ਉਹਦਾ ਬੜਾ ਮਹੱਤਵ ਹੈ, ਕਈ ਸਾਖੀਆਂ ਉਹਦੇ ਨਾਲ ਜੁੜੀਆਂ ਨੇ, ਉਹ ਤਾਂ ਹੈਗਾ ਹੀ ਹੈ, ਪਰ ਮਨ ਦੇ ਵਿੱਚ ਭਾਵ ਵੀ ਹੋਵੇ, ਕਿਉਂਕਿ ਕਪਟ ਰੱਖ ਕੇ ਨਹੀਂ ਅਸੀਂ ਉਹ ਕਰ ਸਕਦੇ। ਇਸ ਲਈ ਉਹਨਾਂ ਦੇ ਬਚਨਾਂ ਨੂੰ ਮਨ ਦੇ ਵਿੱਚ ਵਸਾਈਏ, ਮਨ ਦੇ ਵਿੱਚ ਵਸਾਈਏ, ਮਨ ਦੀ ਉਹ ਜਿਹੜੀ ਆ ਮੈਲ ਜਿਹੜੀ ਉਤਰੇ, ਅਤੇ ਬਈ ਜਿਹੜਾ ਸਤਿਗੁਰਾਂ ਦਾ ਦੱਸਿਆ ਜਿਹੜਾ ਰਸਤਾ ਹੈ ਉਹਦਾ ਸਾਨੂੰ ਸਮਝ ਆਏਗੀ ਸਾਡੀ। ਹਾਂਜੀ ਬੇਟੇ, ਫਿਰ ਤੂੰ ਪੜ੍ਹ। ਮਾਗ ਮਜਨ ਸੰਗ ਸਾਧੂਆਂ ਤੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ। ਹੁਣ ਇਸ ਵਚਨ ਨੂੰ ਵੀ ਅੱਛੀ ਤਰ੍ਹਾਂ ਸਮਝੀਏ। ਉਹਨਾਂ ਕਿਹਾ ਕਿ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਹੁਣ ਅਸੀਂ ਪਰਿਵਾਰਾਂ ਵਾਲੇ ਹਾਂ, ਸਮਾਜ 'ਚ ਰਹਿੰਦੇ ਹਾਂ, ਸਮਾਜ 'ਚ ਰੋਜ਼ ਵਿਚਰਦੇ ਹਾਂ। ਹੁਣ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਬਈ ਤੂੰ ਆਪ ਇਸ਼ਨਾਨ ਕਰ, ਆਪ ਸਾਫ ਸੁਥਰਾ ਬਣ, ਪਹਿਲਾਂ ਆਪ ਉਸ ਸਤਿਗੁਰਾਂ ਦੇ ਬਚਨਾਂ ਨੂੰ ਮੰਨ, ਉਹਦੇ ਉੱਤੇ ਚੱਲ, ਉਹ ਜੋ ਦਿਆ ਕਹਿੰਦੇ ਉਹਨੂੰ ਪਾ ਪਹਿਲਾਂ, ਅਤੇ ਫਿਰ ਅੱਗੇ ਕੀ ਡਿਊਟੀ ਕਰਨੀ ਹੈ। ਕਿਉਂਕਿ ਜਿਸ ਤਰ੍ਹਾਂ ਘਰਾਂ ਦੇ ਵਿੱਚ ਰਹਿੰਦੇ ਹਾਂ, ਕਈ ਵਾਰੀ ਬੱਚੇ ਦੱਸਦੇ ਨੇ ਕਿ ਨਹੀਂ ਜੀ ਮੈਨੂੰ ਤਾਂ ਬੜੀ ਸ਼ਾਂਤੀ ਹੈ, ਮੈਨੂੰ ਤਾਂ ਮਨ 'ਚ ਬੜਾ ਸਤਿਗੁਰਾਂ ਦੀ ਦਇਆ ਕਿਰਪਾ ਹੈ, ਪਰ ਮੇਰਾ ਘਰ 'ਚ ਰਹਿਣਾ ਔਖਾ ਹੈ, ਮੇਰਾ ਸਮਾਜ 'ਚ ਰਹਿਣਾ ਔਖਾ ਹੈ। ਮੈਨੂੰ ਕੋਈ ਦਿੱਕਤ ਨਹੀਂ ਹੈ ਵੈਸੇ, ਪਰ ਮੇਰੇ ਘਰ ਦੇ ਮੈਂਬਰ ਐਸੇ ਨੇ ਕਿ ਉਹਨਾਂ ਤੋਂ ਮੈਨੂੰ ਦਿੱਕਤ ਹੈ। ਹੁਣ ਉਹਨਾਂ ਨੂੰ ਵੀ ਤਾਂ ਉਸੇ ਚੀਜ਼ ਦੇ ਉਹਨਾਂ ਨੂੰ ਸਤਿਗੁਰਾਂ ਦਾ ਪ੍ਰਸ਼ਾਦ ਦੇਣਾ। ਜਿਸ ਤਰ੍ਹਾਂ ਅਸੀਂ ਇੱਥੋਂ ਪ੍ਰਸ਼ਾਦ ਲੈਂਦੇ ਹਾਂ, ਜਦੋਂ ਬਾਹਰਲੇ ਤੌਰ 'ਤੇ ਅਸੀਂ ਕਹਿੰਦੇ ਹਾਂ ਨਾ ਘਰਦਿਆਂ ਦਾ ਵੀ ਪ੍ਰਸ਼ਾਦ ਦਿਓ ਜੀ, ਵੱਖਰੇ ਵੱਖਰੇ ਦਾ ਮੰਗ ਕੇ ਲੈ ਕੇ ਜਾਂਦੇ ਹਾਂ ਕਿ ਉਹ ਵੀ ਪ੍ਰਸ਼ਾਦ ਦਿਓ ਜੀ, ਉਹਨਾਂ ਨੂੰ ਦੇਣਾ ਹੈ। ਹੁਣ ਅਸਲੀ ਪ੍ਰਸ਼ਾਦ ਮੈਂ ਪਹਿਲਾਂ ਹੀ ਜਿਸ ਤਰ੍ਹਾਂ ਬਚਨਾਂ ਦੀ ਗੱਲ ਦੱਸੀ ਹੈ ਉਹਨਾਂ ਦੀ, ਕਿ ਅਸਲੀ ਪ੍ਰਸ਼ਾਦ ਉਹਨਾਂ ਦੇ ਬਚਨ ਨੇ, ਉਹਨਾਂ ਦੇ ਚਰਨਾਂ ਦੀ ਧੂੜ ਕੀ ਹੈ, ਉਹਨਾਂ ਦੇ ਬਚਨ ਨੇ। ਹੁਣ ਪਹਿਲਾਂ ਤਾਂ ਅਸੀਂ ਆਪ ਮੰਨਣੇ ਆ, ਜੇ ਆਪ ਹੀ ਨਹੀਂ ਮੰਨੇ ਤਾਂ ਅਸੀਂ ਕਿਸੇ ਨੂੰ ਕਿੱਦਾਂ ਮਨਾਵਾਂਗੇ। ਮੰਨ ਲਓ ਅਸੀਂ ਆਪ ਕੋਈ ਗਲਤ ਕੰਮ ਕਰ ਰਹੇ ਹਾਂ, ਅਤੇ ਆਪਣੇ ਪਰਿਵਾਰ ਨੂੰ ਜਾਂ ਆਪਣੇ ਘਰਦਿਆਂ ਨੂੰ, ਬੱਚਿਆਂ ਨੂੰ, ਕਿਸੇ ਨੂੰ ਵੀ ਕਹਿੰਦੇ ਆ ਕਿ ਤੂੰ ਆਹ ਕੰਮ ਨਾ ਕਰ, ਅਤੇ ਬਈ ਉਹ ਕਿਸ ਤਰ੍ਹਾਂ ਉਹਨੂੰ ਸਮਝ ਲੱਗੇਗੀ। ਇਸ ਕਰਕੇ ਉਹਨੇ ਪਹਿਲਾਂ ਫਰਮਾਇਆ ਕਿ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਪਹਿਲਾਂ ਤਾਂ ਤੂੰ ਆਪ ਉਹ ਕੰਮ ਕਰ। ਹੁਣ ਅਸੀਂ ਆਪ ਨਾਮ ਜਪਦੇ ਨਹੀਂ, ਦੂਸਰਿਆਂ ਨੂੰ ਕਹਿੰਦੇ ਹਾਂ ਨਾਮ ਜਪਿਆ ਕਰੋ, ਆਪ ਬਚਨ ਮੰਨਦੇ ਨਹੀਂ, ਦੂਸਰਿਆਂ ਨੂੰ ਕਹੀ ਜਾਂਦੇ ਹਾਂ ਤੂੰ ਬਚਨ ਮੰਨਿਆ ਕਰੋ, ਉਹ ਗੱਲ ਦਾ ਅਸਰ ਨਹੀਂ ਬਣਦਾ ਕੋਈ ਵੀ। ਆਪਣੇ ਘਰ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ, ਚਾਹੇ ਸਮਾਜ ਦੇ ਜਿੱਥੇ ਵੀ ਰਹਿੰਦੇ ਹਾਂ, ਸਾਡੀ ਗੱਲ ਦਾ ਅਸਰ ਕਿਉਂ ਨਹੀਂ ਹੁੰਦਾ? ਕਿਉਂਕਿ ਅਸੀਂ ਆਪ ਨਹੀਂ ਉਸ ਚੀਜ਼ ਨੂੰ ਚੱਲਦੇ ਹੁੰਦੇ। ਫਿਰ ਅਸੀਂ ਕਲਪਦੇ ਹਾਂ, ਦੇਖੋ ਜੀ ਸਾਡੀ ਕੋਈ ਗੱਲ ਨਹੀਂ ਮੰਨਦਾ, ਤੇ ਚਾਹੀਦਾ ਕੀ ਹੈ? ਪਹਿਲਾਂ ਆਪ ਉਹਨਾਂ ਦੇ ਬਚਨਾਂ ਦੇ ਉੱਤੇ ਚੱਲੀਏ, ਅਸੀਂ ਪਹਿਲਾਂ ਆਪ ਮੰਨੀਏ, ਆਪ ਇੱਕ ਸਾਹਮਣੇ ਉਹਨਾਂ ਦੇ ਮਿਸਾਲ ਪੈਦਾ ਕਰੀਏ, ਤੇ ਫਿਰ ਸਭਨਾਂ ਨੂੰ, ਇਹ ਸਾਡੀ ਡਿਊਟੀ ਵੀ ਹੈ, ਸੇਵਾ ਹੋਰ ਕੀ ਹੈ। ਸਤਿਗੁਰੂ ਆਉਂਦੇ ਨੇ ਤੇ ਉਹ ਵੀ ਸਾਰਾ ਉਹ ਟਾਈਮ ਆਪਣਾ ਉਸ ਨਾਮ ਦਾ ਹੋਕਾ ਦਿੰਦੇ, ਆਪਣੀ ਡਿਊਟੀ ਕਰਦੇ ਨੇ। ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਘਰ ਦੇ ਵਿੱਚ, ਮੈਂ ਕਈ ਵਾਰੀ ਦੱਸਿਆ ਹੈ ਕਿ ਕਮ ਸੇ ਕਮ ਆਪਣੇ ਲਾਗੋਂ ਸ਼ੁਰੂ ਕਰੀਏ। ਪਹਿਲਾਂ ਲੋਕ ਪੈਸਿਆਂ ਦਾ ਦਾਨ ਕਰਦੇ ਨੇ, ਕੱਪੜਿਆਂ ਦਾ ਦਾਨ ਕਰਦੇ ਨੇ, ਜ਼ਮੀਨਾਂ ਦਾ ਦਾਨ, ਬਹੁਤ ਦਾਨ ਕਰਦੇ ਨੇ, ਪਰ ਉਹਦੇ ਨਾਲ ਉਹ ਗੱਲ ਨਹੀਂ ਬਣਦੀ। ਬੜੇ ਬੜੇ ਲੋਕ ਜਿਹੜੇ ਨੇ ਉਹ ਲੈ ਕੇ ਪੈਸੇ ਤੇ ਬਾਅਦ 'ਚ ਉਹੀ ਸ਼ਰਾਬਾਂ ਪੀ ਲੈਂਦੇ ਨੇ, ਕੈਪਸੂਲ ਖਾ ਲੈਂਦੇ ਨੇ, ਕਈ ਨਸ਼ੇ ਪੱਤੇ ਕਰਦੇ ਨੇ, ਔਰ ਫਿਰ ਉਹ ਕਰਕੇ ਸਗੋਂ 3 ਦਿਨ ਨਹੀਂ ਕੁਛ ਮਿਲਿਆ ਖਾਣ ਨੂੰ ਤੇ ਆਰਾਮ ਨਾਲ ਬੈਠੇ ਹੁੰਦੇ ਨੇ। 3 ਦਿਨ ਬਾਅਦ ਕੁਝ ਖਾ ਪੀ ਕੇ ਕਿਤੇ ਨਾ ਕਿਤੇ ਸੜਕ 'ਤੇ ਕੋਈ ਗੱਡੀ ਮਾਰਨ, ਕੋਈ ਆਪ ਵੱਜ ਜਾਂਦਾ ਐਕਸੀਡੈਂਟ ਕਰਕੇ, ਹੋਰ ਸਗੋਂ ਉਹ ਦਾਨ ਕੀਤਾ ਵੀ ਸਗੋਂ ਦੇਖੋ ਨੁਕਸਾਨ ਹੋ ਗਿਆ ਉਹਦੇ ਵਾਸਤੇ। ਪਰ ਜਿਹੜੇ ਸਤਿਗੁਰਾਂ ਦੇ ਬਚਨ ਨੇ, ਜੇ ਅਸੀਂ ਆਪ ਪਹਿਲਾਂ ਉਹਨਾਂ ਨੂੰ ਸੁਣ ਆਪ ਕਰਾਂਗੇ, ਫਿਰ ਆਪ ਅੱਗੇ ਉਹਨਾਂ ਨੂੰ ਦੱਸਾਂਗੇ, ਉਹਦਾ ਦਾਨ ਕਰਾਂਗੇ, ਤੇ ਬਈ ਸਾਡਾ ਵੀ ਫਾਇਦਾ ਹੋਏਗਾ, ਅਗਲੇ ਦਾ ਵੀ ਫਾਇਦਾ ਹੋਏਗਾ। ਤਿੰਨ ਬਚਨ ਫਰਮਾਏ ਨੇ ਕਿ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਇਹ ਸਾਡੀ ਡਿਊਟੀ ਬਣਦੀ ਹੈ। ਮੈਂ ਕਈ ਵਾਰੀ ਗੁਰੂ ਮਹਾਰਾਜ ਦੇ ਦਰਬਾਰ 'ਚ ਵੀ ਬੇਨਤੀ ਕਰਦਾ ਰਹਿੰਦਾ ਹੈ ਕਿ ਅਸੀਂ ਹੋਰ ਬੜੀਆਂ ਗੱਲਾਂ ਕਰਦੇ ਹਾਂ,
ਹੋਰ ਬਹੁਤ ਗੱਲਾਂ ਕਰਦੇ ਆ ਕਿ ਕੀ ਸਮਾਜ 'ਚ ਚੱਲ ਰਿਹਾ ਹੈ, ਕਿਸ ਤਰ੍ਹਾਂ ਹੋ ਰਿਹਾ ਹੈ, ਸਿਆਸਤਾਂ ਦੀਆਂ ਗੱਲਾਂ ਕਰਦੇ ਆ, ਬਿਮਾਰੀਆਂ ਦੀਆਂ ਗੱਲਾਂ ਕਰਦੇ ਆ, ਹੋਰ ਕੋਈ ਕੁਝ ਕਰਦੇ ਆ, ਪਰ ਬਈ ਸਤਿਗੁਰਾਂ ਦੇ ਵਚਨ ਕਿਉਂ ਨਹੀਂ ਕਰਦੇ? ਗੁਰੂ ਮਹਾਰਾਜ ਨੇ ਤਾਂ ਹਰ ਵਾਰੀ ਹੁਕਮ ਕੀਤਾ ਸਾਨੂੰ। ਵੈਸੇ ਤਾਂ ਇਹ ਚੀਜ਼ ਸਿੱਖ ਨੂੰ ਵੈਸੇ ਹੀ ਪਤਾ ਹੋਣੀ ਚਾਹੀਦੀ ਹੈ, ਲੇਕਿਨ ਫਿਰ ਵੀ ਗੁਰੂ ਮਹਾਰਾਜ ਨੇ ਵਚਨ ਨੂੰ ਫਰਮਾਉਣੇ ਕਿ ਬਈ ਸੇਵਾ ਕਰਦਿਆਂ ਗੱਲਾਂ ਬਾਤਾਂ ਇੱਧਰ ਉੱਧਰ ਦੀਆਂ ਨਹੀਂ ਕਰਨੀਆਂ, ਸਤਿਗੁਰਾਂ ਦੇ ਵਚਨ ਕਰੋ, ਕੋਈ ਸ਼ਬਦ ਪੜ੍ਹੋ, ਕੋਈ ਅੱਛੀ ਜਿਹੜੀ ਗੱਲ ਉਹ ਜਿਹੜੀ ਕਰੋ। ਪਰ ਉੱਥੇ ਬੈਠ ਕੇ ਵੀ ਅਸੀਂ ਲੜਾਈ ਝਗੜੇ, ਉੱਥੇ ਬੈਠ ਕੇ ਵੀ ਨਿੰਦਾ ਚੁਗਲੀ, ਉੱਥੇ ਬੈਠ ਕੇ ਵੀ ਕੋਈ ਇੱਧਰ ਘਰ ਪਰਿਵਾਰ ਦੀਆਂ ਗੱਲਾਂ ਕਰਦੇ ਰਹਿੰਦੇ ਆ, ਅਤੇ ਉਹ ਗੱਲ ਕਿਸ ਤਰ੍ਹਾਂ ਬਣੇਗੀ? ਇਸ ਕਰਕੇ ਪ੍ਰਣ ਕਰੀਏ ਅੱਜ ਤੋਂ ਇਸ ਚੀਜ਼ ਦਾ ਕਿ ਨਹੀਂ, ਜੋ ਹੋ ਗਿਆ ਹੋ ਗਿਆ, ਜੋ ਪਿਛਲੇ ਸਾਲਾਂ 'ਚ ਹੋ ਗਿਆ, ਜੋ ਪਿਛਲੇ ਮਹੀਨਿਆਂ 'ਚ ਹੋ ਗਿਆ, ਨਹੀਂ ਹੁਣ ਨਹੀਂ ਹੋਏਗਾ ਇਹ। ਮੈਂ ਕਈ ਵਾਰੀ ਕਿਹਾ ਕਿ ਕੋਸ਼ਿਸ਼ ਨਹੀਂ, ਪ੍ਰਣ ਕਰੀਏ, ਸੰਕਲਪ ਲਈਏ ਇਸ ਚੀਜ਼ ਦਾ। ਜਦੋਂ ਤੱਕ ਅਸੀਂ ਸੰਕਲਪ ਨਹੀਂ ਲੈਂਦੇ ਉਦੋਂ ਤੱਕ ਕੋਈ ਬਦਲਾਵ ਨਹੀਂ ਆਉਂਦਾ ਕੋਈ। ਜਦੋਂ ਅਸੀਂ ਕਿਸੇ ਚੀਜ਼ ਦਾ ਸੰਕਲਪ ਲੈ ਲੈਂਦੇ ਹਾਂ ਕਿ ਨਹੀਂ ਅੱਜ ਤੋਂ ਬਾਅਦ ਇਹ ਹੋਣ ਨਹੀਂ ਦੇਣਾ, ਜਾਂ ਇਹ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ, ਅਤੇ ਫਿਰ ਬਈ ਜੀਵਨ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆਉਂਦੀ ਹੈ। ਮੈਂ ਕਈ ਵਾਰੀ ਦੱਸਿਆ ਕਿ ਸਕ੍ਰਾਂਤੀ ਜਿਹੜੀ ਅਸੀਂ ਕਹਿੰਦੇ ਹਾਂ, ਸਕ੍ਰਾਂਤੀ ਦਾ ਮਤਲਬ ਕੀ ਹੈ? ਕਹਿੰਦੇ ਕਿ ਮਹੀਨੇ ਬਾਅਦ ਉਹ ਜਿਹੜੀ ਰੁੱਤ ਬਦਲ ਜਾਂਦੀ ਹੈ, ਸੂਰਜ ਦੇ ਵਿੱਚ ਕ੍ਰਾਂਤੀ ਆਉਂਦੀ ਹੈ, ਉਹ ਆਪਣਾ ਘਰ ਬਦਲਦਾ ਹੈ, ਉਹਦੇ ਨਾਲ ਮੌਸਮ ਦੇ ਵਿੱਚ ਬਦਲਾਵ ਆ ਜਾਂਦਾ ਹੈ। ਅਤੇ ਬਈ ਜਦੋਂ ਸਾਡੇ ਅੰਦਰ ਕ੍ਰਾਂਤੀ ਆਏਗੀ ਤਾਂ ਸਾਡੇ 'ਚ ਬਦਲਾਵ ਨਹੀਂ ਆਏਗਾ, ਸਾਡੇ ਆਸ-ਪਾਸ ਬਦਲਾਵ ਨਹੀਂ ਆਏਗਾ, ਉਹ ਜਿਹੜਾ ਸਭ ਚੀਜ਼ਾਂ ਬਦਲਣਗੀਆਂ। ਇਸ ਲਈ ਅੱਜ ਤੋਂ ਪ੍ਰਣ ਕਰੀਏ ਇਸ ਚੀਜ਼ ਦਾ ਕਿ ਬਈ ਸਤਿਗੁਰਾਂ ਦਾ ਜੋ ਸਾਨੂੰ ਹੁਕਮ ਹੋਇਆ ਹੈ, ਪਿੱਛੇ ਜੋ ਹੋ ਗਿਆ ਹੋ ਗਿਆ, ਅੱਜ ਤੋਂ ਸਤਿਗੁਰਾਂ ਦੇ ਬਚਨ ਪੱਲੇ ਬੰਨ੍ਹ ਲਈ ਕਿ ਨਹੀਂ ਅਸੀਂ ਮੰਨਣੇ ਹੀ ਮੰਨਣੇ ਨੇ। ਜਦੋਂ ਅਸੀਂ ਬਾਰ-ਬਾਰ ਬੇਨਤੀ ਕਰਦੇ ਕੋਈ ਗੱਲ, ਗੁਰੂ ਮਹਾਰਾਜ ਜੀ ਦਾ ਬਚਨ ਨਹੀਂ ਮੰਨਿਆ ਜਾਂਦਾ, ਗੁਰੂ ਮਹਾਰਾਜ ਦੀ ਡਿਊਟੀ ਨਹੀਂ ਕੀਤੀ ਜਾਂਦੀ, ਬਈ ਇਹ ਕੋਈ ਜਵਾਬ ਥੋੜ੍ਹਾ ਹੈ ਕੋਈ। ਜਾਂ ਸਤਿਗੁਰਾਂ ਨੇ ਫਰਮਾਇਆ ਕਿ ਬਈ ਸਤਿਗੁਰਾਂ ਦੇ ਬਚਨ ਕਰੋ ਬੈਠ ਕੇ, ਕੋਈ ਹੋਰ ਕੋਈ ਗੱਲ ਨਹੀਂ ਕਰਨੀ, ਪਰ ਅਸੀਂ ਕਹਿੰਦੇ ਹਾਂ ਕਿ ਨਹੀਂ ਹੁੰਦੀਆਂ। ਵੀ ਜਦੋਂ ਕਰਾਂਗੇ ਫਿਰ ਹੋਏਗਾ, ਸਭ ਕੁਝ ਹੋਏਗਾ। ਉਹ ਵੀ ਜਿਹੜੀਆਂ ਗੱਲਾਂ ਕਰ ਰਹੇ ਆ ਉਹ ਵੀ ਤਾਂ ਹੋ ਹੀ ਰਹੀਆਂ ਨੇ ਨਾ। ਆਪਣੇ ਘਰਾਂ ਦੇ ਵਿੱਚ ਮੈਂ ਕੱਲ ਕਿਸੇ ਬੱਚੇ ਦਾ ਫੋਨ ਆ ਰਿਹਾ ਸੀ, ਕੋਈ ਬਾਹਰੋਂ ਸੀ ਕਿਸੇ ਦਾ ਫੋਨ ਬੱਚੇ ਦਾ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਬੇਟੇ ਘਰ ਬੱਚਿਆਂ ਨੂੰ ਦੱਸਦੇ ਹੋ ਕੋਈ ਰੂਟੀਨ 'ਚ ਕਿਸ ਤਰ੍ਹਾਂ ਆਪਾਂ ਗੁਰੂ ਮਹਾਰਾਜ ਜੀ ਬਾਰੇ, ਕੋਈ ਕਿਸ ਤਰ੍ਹਾਂ ਅਸੀਂ ਸਤਿਗੁਰਾਂ ਦੇ ਵਚਨਾਂ ਬਾਰੇ ਕੁਛ ਵੀ? ਅਤੇ ਉਹਨਾਂ ਦਾ ਜਵਾਬ ਸੀ ਕਿ ਗੁਰੂ ਮਹਾਰਾਜ ਜੀ ਟਾਈਮ ਹੀ ਨਹੀਂ ਲੱਗਦਾ, ਬਸ ਬਲ ਬਖਸ਼ੋ, ਤੁਸੀਂ ਕਿਰਪਾ ਕਰੋ। ਮੈਂ ਕਿਹਾ ਬੇਟੇ ਹੁਣ ਅਸੀਂ ਇਹ ਕਹਿ ਰਹੇ ਹਾਂ, ਹੁਣ ਬਾਹਰੋਂ ਬਾਹਰ ਦੇ ਹੁਕਮਕਾਰ ਜਿਹੜੇ ਲੱਗੇ ਹੁੰਦੇ ਆ ਕਿ ਸੇਵਾ ਵਾਸਤੇ ਆਉਣਾ ਜਾਣਾ, ਕੋਈ ਆਪਣੇ ਚਿੱਠੀਆਂ ਵਾਸਤੇ ਗੁਰੂ ਮਹਾਰਾਜ ਜੀ ਫੜਾਉਂਦੇ ਹੁੰਦੇ ਸੀ ਕਿ ਚਿੱਠੀ ਪਾਓ ਕਿਸੇ ਟਾਈਮ ਦੇ ਉੱਤੇ, ਅੱਜ ਕੱਲ੍ਹ ਫੋਨ ਆ ਗਏ ਨੇ, ਫੋਨ ਕਰੋ। ਉਹ ਕਾਹਦੇ ਵਾਸਤੇ ਨੇ? ਸਿਰਫ ਉਹ ਯਾਦਾਸ਼ਤ ਵਾਸਤੇ, ਕਿਉਂਕਿ ਸਾਨੂੰ ਭੁੱਲਣ ਦੀ ਬਿਮਾਰੀ ਹੈ ਇੱਕ, ਅਤੇ ਉਹ ਜਿਹੜੀ ਚੀਜ਼ ਹੈ ਵੱਧਦੀ ਜਾਂਦੀ ਹੈ ਫਿਰ ਕੋਈ ਵੀ, ਅਤੇ ਉਹ ਬਹਾਨੇ ਦੇ ਨਾਲ ਇੱਕ ਕੋਈ ਨਾ ਕੋਈ ਸਾਨੂੰ ਯਾਦ ਬਣਦੀ ਹੈ। ਜਦੋਂ ਅਸੀਂ ਉਹ ਗੱਲ ਕਰਦੇ ਹੀ ਨਹੀਂ ਘਰਾਂ ਦੇ ਵਿੱਚ ਵੀ, ਜਾਂ ਜਿਸ ਤਰ੍ਹਾਂ ਹੋਰ ਅਸੀਂ ਬੜੀਆਂ ਇੱਧਰ ਉੱਧਰ ਦੀਆਂ ਕੋਈ ਗੱਲਾਂ ਕਰਾਂਗੇ, ਪੜ੍ਹਾਈਆਂ ਲਿਖਾਈਆਂ ਦੀਆਂ ਕਰਾਂਗੇ, ਹੋਰ ਚੀਜ਼ਾਂ ਕਰਾਂਗੇ, ਪਰ ਉਹ ਸਤਿਗੁਰਾਂ ਦੇ ਵਚਨ ਕਦੀ ਕਰਦੇ ਹੀ ਨਹੀਂ, ਅਤੇ ਫਿਰ ਅਸੀਂ ਇੱਕ ਟਾਈਮ ਦੇ ਉੱਤੇ ਆਣ ਕੇ ਸਾਨੂੰ ਪਤਾ ਹੈ ਕਿ ਫਿਰ ਅਸੀਂ ਇਹੋ ਮੰਗਣਾ ਸ਼ੁਰੂ ਕਰਦੇ ਹਾਂ, ਮਹਾਰਾਜ ਜੀ ਬੜੇ ਬੱਚੇ ਇਸ ਤਰ੍ਹਾਂ ਦੇ ਆਉਂਦੇ ਨੇ, ਕਹਿਣਗੇ ਮਹਾਰਾਜ ਬੱਚਿਆਂ ਨੂੰ ਜੋੜੋ, ਬੱਚੇ ਨਹੀਂ ਆਉਂਦੇ, ਬੱਚੇ ਮੰਨਦੇ ਨਹੀਂ, ਬੱਚੇ ਇੱਧਰ ਨਹੀਂ ਚੱਲਦੇ, ਬੱਚੇ ਉੱਧਰ ਨਹੀਂ ਚੱਲਦੇ। ਅਤੇ ਜ਼ਰੂਰੀ ਹੈ ਇਸ ਚੀਜ਼ ਦਾ, ਇਹ ਲੋੜ ਹੈ ਇਸ ਚੀਜ਼ ਦੀ, ਕਿਉਂਕਿ ਇਹ ਤੋਂ ਬਾਅਦ, ਇਹ ਤੋਂ ਬਗੈਰ ਉਹ ਜੀਵਨ ਦੇ ਵਿੱਚ ਕ੍ਰਾਂਤੀ ਨਹੀਂ ਆ ਸਕਦੀ। ਇੱਕ ਹੁੰਦੀ ਹੈ ਸਰੀਰ ਦੀ ਪੂਰਤੀ ਵਾਸਤੇ ਅਸੀਂ ਖਾਣਾ ਖਾਂਦੇ ਹਾਂ। ਆਹ ਪਿੱਛੇ ਜਿਹੜੇ 7-8 ਮਹੀਨੇ ਲੰਘੇ ਨੇ, ਇਹਦੇ ਵਿੱਚ ਤੁਸੀਂ ਡਾਟਾ ਦੇਖਿਓ ਅਤੇ ਗੂਗਲ 'ਤੇ, ਉਹ ਦੱਸਦੇ ਨੇ ਕਿ ਮਾਨਸਿਕ ਰੋਗੀ ਜਿਹੜੇ ਨੇ ਬਹੁਤ ਜ਼ਿਆਦਾ ਵੱਧ ਗਏ ਨੇ। ਮੈਂਟਲ ਹੈਲਥ ਜਿਹੜੀ ਹੈ ਉਹ ਵਿਗੜ ਗਈ ਹੈ ਲੋਕਾਂ ਦੀ। ਹੁਣ ਬਾਹਰਲੇ ਤੌਰ ਦੇ ਉੱਤੇ ਬਹੁਤ ਅਸੀਂ ਕੰਮ ਕਰਦੇ ਹਾਂ, ਬੜਾ ਧਿਆਨ ਰੱਖਦੇ ਹਾਂ ਖਾਣ ਪੀਣ ਦਾ ਸਭ ਕੁਛ, ਪਰ ਤੁਸੀਂ ਦੇਖਿਆ ਹੋਏਗਾ ਕਿ ਬੜੇ ਬੜੇ ਐ ਸਰੀਰਾਂ ਵਾਲੇ ਬੜੇ ਬੜੇ ਜਿਹੜੇ ਜਵਾਨ ਲੋਕ ਉਹ ਮੈਂਟਲੀ ਜਿਹੜੇ ਡਿਸਟਰਬ ਪਏ ਨੇ, ਕਿਉਂਕਿ ਉਹਨਾਂ ਨੂੰ ਮਾਨਸਿਕ ਖੁਰਾਕ ਨਹੀਂ ਮਿਲ ਰਹੀ ਉਹਨਾਂ ਨੂੰ।
ਜੇ ਮਿਲ ਰਹੀ ਹੈ, ਜਿਸ ਤਰ੍ਹਾਂ ਅਸੀਂ ਸਰੀਰ ਨੂੰ ਗਲਤ ਖੁਰਾਕ ਮਿਲਦੀ ਹੈ, ਜਦੋਂ ਅਸੀਂ ਗਲਤ ਖਾਣਾ ਪੀਣਾ ਲੈਂਦੇ ਹਾਂ ਜ਼ਿਆਦਾ, ਤੇ ਬਈ ਬਾਹਰ ਦੀ ਸਰੀਰ ਜਿਹੜਾ ਵਿਗੜ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਮਾਨਸਿਕ ਵਿਚਾਰ ਵੀ ਜਿਹੜੇ ਜਦੋਂ ਗਲਤ ਮਲਤ ਪੈਂਦੇ ਨੇ ਮਨ ਦੇ ਵਿੱਚ, ਗਲਤ ਚੀਜ਼ਾਂ ਹੀ ਮਿਲੀ ਜਾਂਦੀਆਂ, ਸਹੀ ਚੀਜ਼ ਕਦੀ ਮਿਲਦੀ ਨਹੀਂ ਕੋਈ ਵੀ, ਤੇ ਬਈ ਉਹ ਵੀ ਵਿਗੜ ਜਾਂਦੀ ਹੈ ਫਿਰ। ਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਸਰੀਰ ਮਜ਼ਬੂਤ ਕਰਨ ਵਾਸਤੇ ਅਸੀਂ ਐਕਸਰਸਾਈਜ਼ ਕਰਦੇ ਹਾਂ, ਅੱਛੀ ਖੁਰਾਕ ਦਾ ਪੜ੍ਹਦੇ ਹਾਂ, ਸੁਣਦੇ ਹਾਂ, ਤੇ ਮਾਨਸਿਕ ਤੌਰ ਦੇ ਉੱਤੇ ਵੀ ਅੱਛੇ ਵਿਚਾਰ, ਅੱਛੀ ਖੁਰਾਕ ਮਿਲੇ ਸਾਨੂੰ। ਤੇ ਉਹ ਜਿਹੜੀ ਇੱਕ ਪਤਾ ਹੈ ਕਿ ਜਿਸ ਤਰ੍ਹਾਂ ਬਾਹਰਲੇ ਚੀਜ਼ਾਂ ਦੇ ਕੋਈ ਬ੍ਰਾਂਡ ਹੁੰਦੇ ਨੇ, ਕੋਈ ਇਹ ਦੇਖੋ ਜੀ ਇੱਥੇ ਤੇ ਪਿਓਰ ਚੀਜ਼ ਹੈ, ਹਾਂ ਇਹਨਾਂ ਦੀ ਚੀਜ਼ ਤੇ ਪਿਓਰ ਹੈ ਜੀ, ਇਹਨਾਂ ਦਾ ਤਾਂ ਪਤਾ ਮਿਲਾਵਟ ਨਹੀਂ ਹੈ। ਇਸੇ ਤਰ੍ਹਾਂ ਇੱਕ ਸਤਿਗੁਰਾਂ ਦੇ ਬਚਨਾਂ ਤੋਂ ਵੱਧ ਕੋਈ ਪਿਓਰ ਚੀਜ਼ ਨਹੀਂ ਹੈਗੀ, ਕੋਈ ਉਹਦੇ ਵਿੱਚ ਮਿਲਾਵਟ ਨਹੀਂ, ਕੋਈ ਇਸ ਤਰ੍ਹਾਂ ਨਹੀਂ। ਯੁੱਗਾਂ ਤੋਂ ਉਹਨਾਂ ਦੇ ਬਚਨ ਚੱਲ ਰਹੇ ਨੇ, ਔਰ ਜਦੋਂ ਵੀ ਅਸੀਂ ਪੜ੍ਹਦੇ ਹਾਂ, ਜਦੋਂ ਵੀ ਅਸੀਂ ਸੁਣਦੇ ਹਾਂ, ਉਨੀ ਹੀ ਚੋਟ ਕਰਦੇ ਨੇ। ਇਸ ਲਈ ਜ਼ਰੂਰੀ ਹੈ ਇਹਨਾਂ ਦਾ ਕਿ ਘਰ ਦੇ ਵਿੱਚ ਅੱਜ ਤੋਂ ਇੱਕ ਰੂਟੀਨ ਬਣੇ। ਹਰ ਇੱਕ ਦੇ ਸਤਸੰਗੀ ਦੇ ਘਰ ਦੇ ਵਿੱਚ ਕੋਈ ਸਤਿਗੁਰਾਂ ਦਾ ਕੋਈ ਨਾਮ ਹੀ ਨਹੀਂ ਹੈ, ਕੋਈ ਉਹਨਾਂ ਦਾ ਯਾਦ ਹੀ ਨਹੀਂ ਹੈ, ਤੇ ਫਿਰ ਅਸੀਂ ਕਾਹਦੇ ਸਤਸੰਗੀ ਹੈ? ਗੁਰੂ ਮਹਾਰਾਜ ਨੇ ਫਰਮਾਇਆ ਸੀ ਕਿ ਬਈ ਜਿੱਥੇ ਜਿੱਥੇ ਕੋਈ ਕੰਮ ਕਰਦਾ ਹੈ, ਫਰਮਾਇਆ ਕਿ ਭੱਠੇ ਤੇ ਕੰਮ ਕਰਦਾ ਹੈ ਤੇ ਉਹਦੇ ਗੇਰੀ ਪਈ ਹੁੰਦੀ ਹੈ, ਕੋਈ ਸੈਂਟ ਦੀ ਦੁਕਾਨ ਤੇ ਕੰਮ ਕਰਦਾ, ਉਹਦੇ ਕੱਪੜਿਆਂ 'ਚ ਖੁਸ਼ਬੂ ਆਉਂਦੀ ਹੈ। ਇਸੇ ਤਰ੍ਹਾਂ ਹੀ ਅਸੀਂ ਆਪਣੇ ਆਪ ਨੂੰ ਸਤਸੰਗੀ ਕਹਿੰਦੇ ਹਾਂ, ਤੇ ਫਿਰ ਸਾਡੇ ਕੋਲੋਂ ਵੀ ਤੇ ਉਹ ਚੀਜ਼ ਆਉਣੀ ਚਾਹੀਦੀ ਹੈ। ਸਾਡੇ ਘਰ 'ਚ ਕੋਈ ਪ੍ਰਾਹੁਣਾ ਵੀ ਆਵੇ, ਉਹਨੂੰ ਵੀ ਪਤਾ ਚੱਲੇ, ਕੋਈ ਬਾਹਰੋਂ ਕੋਈ ਪਿੰਡ ਦਾ ਬੰਦਾ ਆਵੇ, ਕੋਈ ਸ਼ਹਿਰ ਦਾ ਬੰਦਾ ਆਵੇ, ਉਹਨੂੰ ਪਤਾ ਚੱਲੇ ਕਿ ਵੀ ਇਹ ਕਿਸੇ ਗੁਰੂ ਦੇ ਸਿੱਖ ਨੇ। ਤੇ ਜੇ ਉਸੇ ਤਰ੍ਹਾਂ ਹੀ ਅਸੀਂ ਚੱਲੀ ਜਾ ਰਹੇ ਹਾਂ, ਜਿਸ ਤਰ੍ਹਾਂ ਦੇ ਲੋਕੀ ਉਸੇ ਤਰ੍ਹਾਂ ਦੇ ਅਸੀਂ, ਜਿਸ ਤਰ੍ਹਾਂ ਦੀ ਉਹ ਗੱਲਾਂ ਕਰਦੇ ਉਸੇ ਤਰ੍ਹਾਂ ਦੇ ਅਸੀਂ ਕਰੀ ਜਾਂਦੇ ਹਾਂ, ਜੋ ਉਹਨਾਂ ਦੇ ਬੱਚੇ ਕੰਮ ਕਰਦੇ ਉਹੀ ਆਪਣੇ ਕਰੀ ਜਾਂਦੇ ਆ, ਤੇ ਫਿਰ ਅਸੀਂ ਆਪਣੇ ਆਪ ਨੂੰ ਵੱਖਰਾ ਕਿਸ ਤਰ੍ਹਾਂ ਕਹਿੰਦੇ? ਤੇ ਇਸ ਚੀਜ਼ ਦਾ ਪੱਕਾ ਮਨ ਦੇ ਵਿੱਚ ਪ੍ਰਣ ਅੱਜ ਤੋਂ, ਜਿਸ ਤਰ੍ਹਾਂ ਨਵੇਂ ਸਾਲ ਤੇ ਬੇਨਤੀ ਕੀਤੀ ਸੀ, ਅੱਜ ਤੋਂ ਆਪਣੇ ਮਨ ਦੇ ਵਿੱਚ ਪੱਕਾ ਪ੍ਰਣ ਕਰੀਏ ਕਿ ਨਹੀਂ, ਜਿਸ ਤਰ੍ਹਾਂ ਅਸੀਂ ਰੋਟੀ ਖਾਂਦੇ ਹਾਂ, ਨਹਾਉਂਦੇ ਧੋਂਦੇ ਹਾਂ, ਸਾਰਾ ਕੰਮ ਕਰਦੇ ਹਾਂ, ਜਿੰਨਾ ਟਾਈਮ ਅਸੀਂ ਉਹਦਾ ਲਗਾਉਂਦੇ ਹਾਂ, ਅਸੀਂ ਇੰਨਾ ਟਾਈਮ ਸਤਿਗੁਰਾਂ ਦੇ ਵੀ ਯਾਦ ਵੱਲ ਵੀ ਲਗਾਉਣਾ ਹੈ। ਜਿਸ ਤਰ੍ਹਾਂ ਫੁਲਕਾ ਖਾਣ ਲੱਗਿਆ ਕਹਿੰਦੇ ਆ ਕਿ ਬਈ ਇੱਕ ਟੇਬਲ ਤੇ, ਡਾਈਨਿੰਗ ਟੇਬਲ ਤੇ ਤੇ ਇੱਕ ਟਾਈਮ ਤਾਂ ਅਸੀਂ ਬੈਠੀਏ ਇਕੱਠੇ ਪਰਿਵਾਰ ਵਾਲੇ। ਇਸੇ ਤਰ੍ਹਾਂ ਹੀ ਇੱਕ ਟਾਈਮ ਦੇ ਉੱਤੇ ਐਸਾ ਰੱਖੀਏ ਕਿ ਬਈ ਸਾਰਿਆਂ ਨੂੰ ਇਕੱਠੇ ਕਰਕੇ ਪਰਿਵਾਰ ਦੇ ਵਿੱਚ ਕੋਈ ਗੁਰਮਤਿ ਦਾ ਸਤਸੰਗ, ਕੋਈ ਗੁਰਮਤਿ ਦੇ ਬਚਨ, ਕੋਈ ਵੀ ਕਿਸੇ ਤਰ੍ਹਾਂ ਦੀ ਮੰਗਲਾਚਰਨ ਬੇਨਤੀ, ਕੁਛ ਵੀ ਮਤਲਬ ਉਹਦੇ ਵਿੱਚ ਜੁੜੀਏ, ਥੋੜ੍ਹੀ ਦੇਰ ਵਿਚਾਰ ਕਰੀਏ ਉਸ ਚੀਜ਼ ਦੇ ਉੱਤੇ, ਫਿਰ ਅਗਲੇ ਦਿਨ ਦੇਖੀਏ, ਥੋੜ੍ਹੇ ਦਿਨ ਬਾਅਦ ਦੇਖੀਏ ਕੀ ਫਰਕ ਪਿਆ ਉਹਦੇ ਵਿੱਚ। ਤੇ ਇਹ ਜ਼ਰੂਰੀ ਹੈ। ਉਹਨਾਂ ਨੇ ਫਰਮਾਇਆ ਕਿ ਹਰ ਕਾ ਨਾਮ ਧਿਆਏ ਸੁਣ, ਪਹਿਲਾਂ ਆਪ ਅਸੀਂ ਕਰੀਏ, ਪਹਿਲਾਂ ਆਪ ਸਤਿਗੁਰਾਂ ਦਾ ਨਾਮ ਧਿਆਈਏ, ਉਹਨਾਂ ਦੇ ਬਚਨਾਂ ਨੂੰ ਅੱਛੀ ਤਰ੍ਹਾਂ ਸੁਣੀਏ, ਤੇ ਫਿਰ ਅਗਲੇ ਪਾਸੇ ਦਾਨ ਕਰੀਏ, ਫਿਰ ਅੱਗੇ ਉਹਨੂੰ ਵਰਤਾਈਏ। ਦਾਨ ਕਿਉਂ ਕਿਹਾ? ਕਿ ਉਹ ਸਾਡੀ ਚੀਜ਼ ਨਹੀਂ ਹੈ। ਜਿਸ ਤਰ੍ਹਾਂ ਮਿਲੀ ਹੈ ਉਸੇ ਤਰ੍ਹਾਂ ਅੱਗੇ ਉਹਨੂੰ ਕਰੀਏ, ਉਹਦੇ ਨਾਲ ਵੀ ਸਤਿਗੁਰਾਂ ਦੀ ਦਇਆ ਕਿਰਪਾ ਮਿਲਦੀ ਹੈ। ਜਿਸ ਤਰ੍ਹਾਂ ਬਾਕੀ ਚੀਜ਼ਾਂ ਦਾਨ ਕਰਦੇ ਹਾਂ ਤੇ ਅਸੀਂ ਕਹਿੰਦੇ ਬੜਾ ਮਨ 'ਚ ਸੋਚਦੇ ਹਾਂ ਕਿ ਅਸੀਂ ਆਹ ਦਾਨ ਕੀਤਾ, ਅਸੀਂ ਉਹ ਦਾਨ ਕੀਤਾ। ਇਸੇ ਤਰ੍ਹਾਂ ਸਤਿਗੁਰਾਂ ਦੇ ਬਚਨਾਂ ਵੀ ਜਿਹੜੇ ਸੁਣ ਕੇ ਧਿਆ ਕੇ, ਉਹ ਮੰਨ ਕੇ ਤੇ ਅੱਗੇ ਸੁਣਾਈਏ, ਉਹ ਵੀ ਜਿਹੜਾ ਵਾ ਕਰਮ ਸਾਡਾ ਬਣਦਾ ਹੈ। ਹਾਂਜੀ, ਅੱਗੇ ਜਨਮ ਕਰਮ ਮਲ ਉਤਰੇ, ਮਨ ਤੇ ਜੈ ਗੁਮਾਨ। ਹੁਣ ਉਹਦੇ ਨਾਲ ਹੁੰਦਾ ਕੀ ਹੈ? ਕਿਉਂਕਿ ਸਾਨੂੰ ਇਹ ਪੁੱਛਣ ਦੀ ਆਦਤ ਤੇ ਹਰ ਇੱਕ ਵਿਚਾਰ ਵੀ ਕਰਦੇ ਹਾਂ ਕਿ ਐਕਸਰਸਾਈਜ਼ ਕਰਾਂਗੇ ਤੇ ਹੋਏਗਾ ਕੀ, ਅੱਛੀ ਖੁਰਾਕ ਖਾਵਾਂਗੇ ਤਾਂ ਹੋਏਗਾ ਕੀ, ਜੇ ਮੈਂ ਆਹ ਕੰਮ ਛੱਡ ਕੇ ਆਹ ਕੰਮ ਕਰਦਾ ਤੇ ਮੈਨੂੰ ਕੀ ਫਾਇਦਾ ਹੋਏਗਾ? ਹੁਣ ਉਹਦਾ ਫਾਇਦਾ ਦੱਸ ਰਹੇ ਨੇ ਕਿ ਜੇ ਉਸ ਸਤਿਗੁਰਾਂ ਦੇ ਬਚਨਾਂ ਦੀ ਧੂੜੀ 'ਚ, ਉਹਨਾਂ ਦੇ ਚਰਨਾਂ ਦੀ ਧੂੜ 'ਚ ਇਸ਼ਨਾਨ ਕਰਦੇ ਹਾਂ, ਉਹਨਾਂ ਦਾ ਬਚਨਾਂ ਨੂੰ ਅੱਛੀ ਤਰ੍ਹਾਂ ਸੁਣਦੇ ਹਾਂ, ਫਿਰ ਉਹਦਾ ਦਾਨ ਕਰਦੇ ਹਾਂ, ਤੇ ਇਹ ਇੱਕ ਸੇਵਾ ਐਸੀ ਬਣਦੀ ਹੈ। ਹੋਰ ਐਸੀ ਸੇਵਾ ਜਿਹੜੀ ਕਰਨ ਦੇ ਨਾਲ ਫਿਰ ਕੀ ਹੁੰਦਾ ਹੈ? ਸੇਵਾ ਬੜੀ ਤਰ੍ਹਾਂ ਦੀਆਂ ਨੇ, ਪਰ ਜਿਹੜੀ ਸੇਵਾ ਸਤਿਗੁਰਾਂ ਨੇ ਲਗਾਈ, ਇਹਦਾ ਉਹਨਾਂ ਨੇ ਦੱਸਿਆ ਹੈ ਕਿ ਜਨਮ ਕਰਮ ਮਲ ਉਤਰੇ। ਜਨਮਾਂ ਦੇ ਜਿਹੜੇ ਕੀਤੇ ਕਰਮ ਜਿਹੜੇ ਨੇ, ਜਿਹੜੀ ਮੈਲਾਂ ਜਿਹੜੀਆਂ ਨੇ, ਉਹ ਕਹਿੰਦੇ ਉਤਰ ਜਾਂਦੀਆਂ ਨੇ ਜਨਮਾਂ ਦੀਆਂ। ਇੱਥੇ ਤੇ ਆਪਣੇ ਹੁਣ ਦੇ ਜਿਹੜੇ ਗੁਨਾਹ ਨਹੀਂ ਸਾਡੇ ਕੋਲ ਹੁੰਦੇ, ਮਾਫ ਹੁੰਦੇ। ਹੁਣ ਕੋਈ ਇੱਥੇ ਕੋਈ ਹੋਈ ਚੀਜ਼ ਹੋਵੇ ਤੇ ਉਹਦਾ ਸਾਨੂੰ ਭੁਗਤਣਾ ਪੈਂਦਾ ਹੈ।
ਪਰ ਜਦੋਂ ਅਸੀਂ ਸਤਿਗੁਰਾਂ ਦੇ ਬਚਨ ਨੂੰ ਲਗਾਤਾਰ ਅਸੀਂ ਉਹਦੇ ਵਿੱਚ ਚੱਲਦੇ ਹਾਂ, ਆਪਣੇ ਜੀਵਨ ਨੂੰ ਉਸੇ ਤਰ੍ਹਾਂ ਦਾ ਢਾਲਦੇ ਹਾਂ, ਤੇ ਕਹਿੰਦੇ ਫਿਰ ਇਸ ਇਕੱਲੇ ਜਨਮ ਦੇ ਨਹੀਂ, ਜਿਹੜੇ ਇੱਕ ਦੱਸਿਆ ਸੀ ਕਿ ਜਿਹੜੇ ਇੱਕ ਸੰਚਿਤ ਕਰਮ ਨੇ, ਜਿਹੜਾ ਉਹ ਖਾਤਾ ਕਦੀ ਮੁੱਕਦਾ ਹੀ ਨਹੀਂ ਹੈ, ਕਦੀ ਖਤਮ ਵੀ ਨਹੀਂ ਹੁੰਦਾ। ਕਈ ਵਾਰ ਅਸੀਂ ਕਹਿੰਦੇ ਨਾ ਅਸੀਂ ਤਾਂ ਕੋਈ ਮਾੜਾ ਕੰਮ ਨਹੀਂ ਕੀਤਾ ਸਾਰੀ ਉਮਰ, ਮੈਨੂੰ ਤਾਂ ਜਿੱਥੋਂ ਤੱਕ ਯਾਦ ਹੈ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ, ਪਤਾ ਨਹੀਂ ਮੇਰੇ ਨਾਲ ਕਿਉਂ ਮਾੜਾ ਹੋ ਰਿਹਾ ਹੈ। ਉਹ ਜਿਹੜਾ ਪਿਛਲਾ ਖਾਤਾ ਜਿਹੜਾ ਆ, ਉਹਦੇ 'ਚ ਜਿਹੜਾ ਬੈਲੈਂਸ ਜੋ ਅਸੀਂ ਬੀਜਿਆ ਹੈ ਉਹ ਸਾਨੂੰ ਮਿਲਦਾ ਜਾ ਰਿਹਾ। ਫਿਰ ਕਈ ਵਾਰੀ ਅੱਕ ਕੇ ਬੰਦਾ ਸੋਚਦਾ, ਕਹਿੰਦਾ ਨਹੀਂ ਅੱਗੇ ਤਾਂ ਨਹੀਂ ਸੀ ਕੁਛ ਕੀਤਾ, ਹੁਣ ਕਰਾਂਗਾ ਮੈਂ, ਸਾਰੀ ਉਮਰ ਮੈਂ ਬੜੇ ਚੰਗੇ ਕੰਮ ਕਰਕੇ ਵੇਖੇ ਕੋਈ ਫਾਇਦਾ ਨਹੀਂ, ਹੁਣ ਮੈਂ ਮਾੜਾ ਕਰਾਂਗਾ। ਇਹ ਕਾਲ ਦਾ ਐਸਾ ਜਾਲ ਹੈ, ਇਹ ਬੰਦਾ ਵਿੱਚੋਂ ਨਿਕਲਦਾ ਹੀ ਨਹੀਂ ਕਦੀ ਵੀ। ਭੁਗਤ ਪਿਛਲੇ ਰਿਹਾ ਹੁੰਦਾ ਹੈ ਉਸੇ ਚੀਜ਼ਾਂ ਨੂੰ, ਤੇ ਅੱਗੇ ਤੋਂ ਫਿਰ ਸਟਾਰਟ ਕਰ ਦਿੰਦਾ ਹੈ ਕਿ ਨਹੀਂ ਹੁਣ ਫਿਰ ਕਰਾਂਗਾ। ਤੇ ਉਹਨਾਂ ਨੇ ਫਰਮਾਇਆ ਕਿ ਜੇ ਸਤਿਗੁਰਾਂ ਦੇ ਬਚਨ ਦੇ ਮੁਤਾਬਕ ਚੱਲਦੇ ਹਾਂ, ਤੇ ਉਹਨਾਂ ਨੇ ਫਰਮਾਇਆ ਕਿ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ। ਜਿਹੜਾ ਮਨ ਦੇ ਵਿੱਚ ਹਉਮੈ ਜਿਹੜੀ ਹੈ, ਗੁਮਾਨ ਜਿਹੜਾ ਇਹ ਵੀ ਕਹਿੰਦੇ ਇਹ ਚਲਾ ਜਾਏਗਾ, ਕਿਉਂਕਿ ਜ਼ਿਆਦਾ ਜਿਹੜੇ ਆ ਕਰਮ ਜਿਹੜੇ ਹੰਕਾਰ 'ਚ ਬਣਦੇ ਨੇ। ਜਦੋਂ ਮਨ ਕੋਈ ਹੰਕਾਰ, ਕਿਸੇ ਵੀ ਚੀਜ਼ ਦਾ ਹੰਕਾਰ ਹੋਵੇ, ਪੈਸੇ ਦਾ ਹੋਵੇ, ਸਿਹਤ ਦਾ ਹੋਵੇ, ਪੜ੍ਹਾਈ ਲਿਖਾਈ ਦਾ ਹੋਵੇ, ਵੱਡੇ ਪਰਿਵਾਰਾਂ ਦਾ ਹੋਵੇ, ਪਿਛਲੀ ਬੈਕ ਦਾ ਹੋਵੇ, ਕਿਸੇ ਚੀਜ਼ ਦਾ ਵੀ ਹੰਕਾਰ ਹੋਵੇ, ਫਿਰ ਇਹ ਕਰਮ ਬਣਦੇ ਨੇ ਇਹਦੇ, ਕੋਈ ਨਾ ਕੋਈ ਫਿਰ ਉਹਦੇ ਮਾਣ ਹੰਕਾਰ ਦੇ ਵਿੱਚ ਕੋਈ ਕੰਮ ਕਰਦਾ ਐਸੇ। ਕਈ ਬੰਦੇ ਬੜੇ ਚਲਾਕ ਹੁੰਦੇ ਨੇ, ਬੜੇ ਚਤਰੋ, ਕਹਿੰਦੇ ਕੋਈ ਨਹੀਂ ਮੈਂ ਜੋ ਮਰਜ਼ੀ ਕਰਾਂ, ਮੈਂ ਤਾਂ ਗੱਲਾਂ ਕਰਕੇ ਨਿਕਲ ਹੀ ਜਾਣਾ। ਕੋਈ ਕਹਿੰਦਾ ਮੇਰੇ ਕੋਲ ਤਾਂ ਪੈਸਾ ਹੀ ਬੜਾ, ਮੈਂ ਜੋ ਮਰਜ਼ੀ ਕਰ ਲਾਂ, ਮੈਂ ਤਾਂ ਪੈਸੇ ਨਾਲ ਹੀ ਆਪਣੇ ਗੱਲ ਕਰ ਲੈਣੀ ਹੈ। ਬਈ ਇੱਥੇ ਤਾਂ ਸਭ ਕੁਝ ਕਰ ਲਾਂਗੇ, ਪਰ ਉਹਦੇ ਕੋਲ ਕਿੱਦਾਂ ਬਚਾਂਗੇ? ਉਹਦੇ ਕੈਮਰੇ 'ਚੋਂ ਨਹੀਂ ਅਸੀਂ ਬਚ ਸਕਦੇ ਕਿਸੇ ਤਰ੍ਹਾਂ ਵੀ। ਤੇ ਉਹਨੇ ਫਰਮਾਇਆ ਕਿ ਬਈ ਜੇ ਸਤਿਗੁਰਾਂ ਦਾ ਉਸ ਬਚਨ ਨੂੰ ਮੰਨ ਕੇ ਚੱਲਦੇ ਆ, ਤੇ ਜਨਮਾਂ ਜਨਮਾਂ ਦੀ ਜਿਹੜੀ ਮੈਲ ਜਿਹੜੀ ਉਤਰ ਜਾਂਦੀ ਹੈ, ਔਰ ਮਨ ਜਿਹੜਾ ਆ ਇਹ ਵੀ ਸਾਫ਼ ਹੋ ਜਾਂਦਾ। ਇਹਦੇ ਤੇ ਜਿਹੜੇ ਹੰਕਾਰ ਵਾਲ ਜਿਹੜਾ ਇਹਦੀ ਦਾਗ ਨੇ, ਇਹ ਵੀ ਇਹਦੇ ਲੱਥ ਜਾਂਦੇ ਨੇ। ਹਾਂਜੀ। ਕਾਮ ਕ੍ਰੋਧ ਨਾ ਮੋਹਿਏ, ਬਿਨਸੈ ਲੋਭ ਸੁਆਨ। ਹਾਂਜੀ। ਸੱਚੇ ਮਾਰਗ ਚਲਦਿਆਂ, ਉਸਤਤ ਕਰੇ ਜਹਾਨ। ਹੁੰਦੇ ਨੇ ਕਾਮ ਕ੍ਰੋਧ ਨਾ ਹੋਈਏ, ਕਿਉਂਕਿ ਜ਼ਿਆਦਾਤਰ ਅਸੀਂ ਮਾਰ ਕਾਹਦੇ ਨਾਲ ਖਾਂਦੇ ਹਾਂ? ਇੰਨਾ ਹੀ ਵਿਕਾਰਾਂ ਦੇ ਵਿੱਚ। ਕਹਿੰਦੇ ਫਿਰ ਇਹਦੇ ਜਾਲ ਦੇ ਵਿੱਚੋਂ ਅਸੀਂ ਨਿਕਲ ਜਾਵਾਂਗੇ। ਫਿਰ ਸਰੀਰ ਜਿਸ ਤਰ੍ਹਾਂ ਸਰੀਰ 'ਚ ਬਲ ਹੁੰਦਾ ਹੈ, ਇਸੇ ਤਰ੍ਹਾਂ ਜਦੋਂ ਆਤਮਾ ਨੂੰ ਬਲ ਮਿਲਦਾ ਹੈ, ਤੇ ਫਿਰ ਬਈ ਇਹ ਚੀਜ਼ਾਂ ਸਾਨੂੰ ਫਿਰ ਫੜ ਨਹੀਂ ਸਕਦੀਆਂ। ਸਾਨੂੰ ਕੋਈ ਬਾਹਰੋਂ ਨਹੀਂ ਫੜ ਕੇ ਕਰਾਉਂਦਾ, ਉਹ ਮਨ ਅੰਦਰੋਂ ਕਰਵਾ ਦਿੰਦਾ ਪਕੜ ਕੇ। ਫਿਰ ਉਹ ਮਨ ਜਿਹੜਾ ਆ ਉਸ ਚੁੰਗਲ 'ਚ ਛੁੱਟ ਜਾਂਦਾ ਹੈ। ਤੇ ਮੈਂ ਫਰਮਾਇਆ ਕਿ ਕਾਮ ਕ੍ਰੋਧ ਨਾ ਮੋਈਏ, ਬਿਨ ਸੇ ਲੋਭ ਸੁਆਨ। ਸੁਆਨ ਕਹਿੰਦੇ ਨੇ ਕੁੱਤੇ ਨੂੰ। ਉਹ ਕਹਿੰਦੇ ਕਿ ਜਿਹੜਾ ਲੋਭ ਰੂਪ ਕੁੱਤਾ ਜਿਹੜਾ ਸਾਡੇ ਅੰਦਰ ਹਮੇਸ਼ਾ ਭੌਂਕਦਾ ਰਹਿੰਦਾ ਹੈ, ਹਮੇਸ਼ਾ ਹੀ ਇੱਕ ਚੀਜ਼ ਤੋਂ ਬਾਅਦ ਦੂਸਰੀ, ਦੂਸਰੀ ਤੋਂ ਬਾਅਦ ਤੀਸਰੀ, ਹਰ ਚੀਜ਼ ਦਾ ਹੀ ਲੋਭ, ਹਰ ਚੀਜ਼ ਦਾ ਹੀ ਲੋਭ। ਕਿਸੇ ਪਾਸੇ ਵੀ ਇਹਦੇ ਮਨ ਨਹੀਂ ਰੱਜਦਾ, ਇਹਦਾ ਕਿਸੇ ਪਾਸੇ ਵੀ। ਸੋਚ ਕੇ ਦੇਖੀਏ, ਜਿਹੜੀ ਚੀਜ਼ਾਂ ਵੀ ਸਾਡੇ ਕੋਲ ਪਦਾਰਥ ਸਤਿਗੁਰਾਂ ਨੇ ਬਖਸ਼ੇ, ਕੋਈ ਵੀ ਚੀਜ਼ਾਂ ਨੇ ਵਧੀਆ ਤੋਂ ਵਧੀਆ ਸਭ ਬਖਸ਼ੀਆਂ ਨੇ, ਪਰ ਇਹ ਕਦੀ ਇਹਦੀ ਕਿਤੇ ਨਾ ਕਿਤੇ ਇਹਦਾ ਫੁੱਲ ਸਟਾਪ ਲੱਗਦਾ ਕਿਤੇ ਨਹੀਂ। ਹਰ ਇੱਕ ਚੀਜ਼ ਤੋਂ ਬਾਅਦ ਨਹੀਂ, ਦੂਸਰੀ ਹੋਰ ਅੱਗੇ, ਕਦੀ ਵੀ ਇਹਦੀ ਫੁੱਲ ਸਟਾਪ ਲੱਗਦਾ ਨਹੀਂ ਅਸੀਂ। ਪਰ ਜੇ ਅਸੀਂ ਸਤਿਗੁਰਾਂ ਦੇ ਉਸ ਬਚਨਾਂ ਦੇ ਵਿੱਚ ਆਵਾਂਗੇ, ਉਹਨਾਂ ਦੇ ਤਰੀਕੇ ਦੇ ਨਾਲ ਅਸੀਂ ਚੱਲਣਾ ਸ਼ੁਰੂ ਕਰਾਂਗੇ, ਤੇ ਕਹਿੰਦੇ ਕਿ ਬਿਨ ਸੇ ਲੋਭ ਸੁਆਨ, ਉਹ ਵੀ ਜਿਹੜਾ ਅੰਦਰ ਜਿਹੜਾ ਉਹ ਲੋਭ ਵਾਲਾ ਜਿਹੜਾ ਕੁੱਤਾ ਹੈ, ਉਹ ਵੀ ਕਹਿੰਦੇ ਖਤਮ ਹੋ ਜਾਏਗਾ। ਤੇ ਅੱਗੇ ਉਹਨੇ ਫਰਮਾਇਆ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਹੁਣ ਇਹ ਵੀ ਇੱਕ ਉਹਦੀ ਦੱਸ ਹੈ ਨੇ ਜੀ। ਅਸੀਂ ਕਹਿੰਦੇ ਜ਼ਰੂਰ ਹਾਂ, ਅਸੀਂ ਕਹਿੰਦੇ ਹਾਂ ਦੇਖੋ ਜੀ ਅਸੀਂ ਤੇ ਬਿਲਕੁਲ ਸੱਚੇ ਹਾਂ ਜੀ, ਪਤਾ ਨਹੀਂ ਕਿਉਂ ਨਹੀਂ ਲੋਕਾਂ ਨੂੰ ਪਤਾ ਚੱਲਦਾ, ਕਿਉਂ ਲੋਕੀ ਇਸ ਤਰ੍ਹਾਂ ਕਰਦੇ ਨੇ, ਕਿਉਂ ਲੋਕੀ ਉਸ ਤਰ੍ਹਾਂ ਕਰਦੇ ਨੇ। ਪਰ ਵੀ ਸਤਿਗੁਰਾਂ ਦੇ ਵਚਨਾਂ ਤੋਂ ਇਲਾਵਾ ਸਭ ਕੁਝ ਝੂਠ ਹੀ ਝੂਠ ਹੈ। ਤੇ ਆਪਣੇ ਆਪ ਨੂੰ ਸਤਿਗੁਰਾਂ ਵਾਲੇ ਪਾਸੇ ਉਧਰ ਭੇਟ ਕਰ ਦਈਏ। ਉਹਨਾਂ ਦੇ ਵਚਨਾਂ ਤੋਂ ਇਲਾਵਾ ਜੋ ਵੀ ਅਸੀਂ ਕਰਦੇ ਹਾਂ, ਇੱਥੇ ਕੋਈ ਸੱਚਾ ਹੈ ਹੀ ਕੁਛ ਨਹੀਂ ਹੈਗਾ। ਜਦੋਂ ਉਸ ਮਾਰਗ ਦੇ ਉੱਤੇ ਚੱਲਾਂਗੇ ਤੇ ਫਿਰ ਕਹਿੰਦੇ ਕਿ ਉਸਤਤ ਕਰੇ ਜਹਾਨ।
ਉਹ ਸ਼ੋਭਾ ਮਿਲਦੀ ਹੈ, ਇੱਥੇ ਵੀ ਮਿਲਦੀ ਹੈ, ਅਗਲੇ ਜਹਾਨ 'ਚ ਵੀ ਮਿਲਦੀ ਹੈ। ਹਾਂਜੀ। 68 ਤੀਰਥ ਸਗਲ ਪੁੰਨ ਜੀਆ ਦਇਆ ਪਰਵਾਨ। ਹੁਣ ਦੇਖੀਦੇ ਆ ਸਤਿਗੁਰੂ ਸਾਨੂੰ ਇੰਨਾ ਜ਼ੋਰ ਲਗਾਉਂਦੇ ਨੇ ਕਿ ਬਈ ਸਿਮਰਨ ਕਰੋ, ਧਿਆਨ ਕਰੋ, ਮਾੜੇ ਕੰਮਾਂ ਤੋਂ ਬਚੋ, ਗੁਰਮਤਿ ਦੇ ਬਚਨਾਂ ਦੇ ਉੱਤੇ ਚੱਲੋ, ਹਮੇਸ਼ਾ ਉਹਨੂੰ ਯਾਦ ਰੱਖੋ। ਬੰਦਾ ਸੋਚਦਾ ਕਿ ਇਹੋ ਹੀ ਕੰਮ ਹੈ। ਕਈ ਆਮ ਘਰਾਂ 'ਚ ਗੱਲਾਂ ਹੁੰਦੀਆਂ ਵੀ ਹੈ, ਕਈ ਘਰਾਂ 'ਚ ਰੋਕਦੇ ਵੀ ਇੱਕ ਦੂਸਰੇ ਨੂੰ। ਬੱਚੇ ਕੋਈ ਸਤਸੰਗ ਦੇ ਵਿੱਚ ਆਉਂਦੇ ਨੇ, ਘਰ ਸਤਸੰਗ ਸੁਣਦੇ ਨੇ, ਕੋਈ ਅੱਛਾ ਲੈ ਤੂੰ ਸਾਰਾ ਦਿਨ ਇਹੋ ਹੀ ਕੰਮ ਕਰਦਾ ਰਹਿੰਦਾ। ਤਾਂ ਕਈ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਇੱਥੋਂ ਤੈਨੂੰ ਰੋਟੀ ਨਹੀਂ ਮਿਲਣੀ ਹੈਗੀ, ਕੋਈ ਕੰਮ ਵੀ ਕਰਿਆ ਕਰ। ਬੜੇ ਤਰ੍ਹਾਂ ਤਾਨੇ ਮੇਣੇ ਵੀ ਵੱਜਦੇ ਆ। ਕੋਈ ਕਹਿੰਦਾ ਬਾਹਰ ਨਿਕਲ ਕੇ ਵੇਖੋ, ਬਾਹਰ ਨਿਕਲ ਕੇ ਦੇਖ, ਬਾਹਰ ਵੀ ਬੜਾ ਕੁਛ ਹੈਗਾ ਹੈ, ਤੂੰ ਘਰ ਹੀ ਬਸ ਕਰਦਾ ਰਹਿੰਦਾ ਹੈ। ਜਾਂ ਕਈ ਤਾਂ ਮੈਨੂੰ ਦੱਸਦੇ ਨੇ, ਕਈ ਕਹਿਣਗੇ ਬਈ ਤੁਸੀਂ, ਕਈ ਬੱਚੇ ਨੇ ਉਹਨਾਂ ਦੀ ਸੇਵਾ 'ਚੋਂ ਉਹਨਾਂ ਨੇ ਪੱਕਾ ਇੱਕ ਨਿਯਮ ਬਣਾਇਆ ਹੈ ਕਿ ਜਾਂ ਹਰ ਐਤਵਾਰ ਜਾਂ ਹਰ ਸੰਗਰਾਂਦ ਜਾਂ ਹਰ ਕੁਛ ਨਾ ਕੁਛ ਦਿਨ ਵਾਰ ਰੱਖੇ ਨੇ। ਉਹਨਾਂ ਨੂੰ ਵੀ ਤਾਨੇ ਵੱਜਣਗੇ ਕਿ ਤੁਸੀਂ ਉਹ ਐਤਵਾਰ ਆਉਂਦਾ ਬਈ ਡੇਰੇ ਨੂੰ ਦੌੜ ਜਾਂਦੇ ਹੋ, ਸੰਗਰਾਂਦ ਹੁੰਦੀ ਤੁਸੀਂ ਉੱਧਰ ਨੂੰ ਚੱਲ ਪੈਂਦੇ ਹੋ। ਮਤਲਬ ਕਿ ਉਹ ਕਹਿੰਦੇ, ਉਹਨਾਂ ਨੂੰ ਦੱਸਣਾ ਚਾਹੁੰਦੇ ਕਿ ਤੁਸੀਂ ਘਾਟੇ 'ਚ ਜਾ ਰਹੇ ਹੋ। ਦੇਖ ਮੈਂ ਆਹ ਕੰਮ ਕਰ ਲਿਆ, ਮੈਂ ਉਹ ਕੰਮ ਕਰ ਲਿਆ। ਪਰ ਇਸ ਗੱਲ ਦਾ ਮੈਂ ਗੁਰਮਤਿ ਦੇ ਮਾਣ 'ਤੇ ਚੀਜ਼ ਕਹਿਣਾ ਹੈ ਕਿ ਜਿਨ੍ਹਾਂ ਨੇ, ਜਿਸ ਤਰ੍ਹਾਂ ਬਾਕੀ ਚੀਜ਼ਾਂ ਅਸੀਂ ਇਕੱਠੀਆਂ ਕਰਦੇ ਹਾਂ, ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ ਕਮਾ ਲਏ, ਬਈ ਉਹ ਤੋਂ ਵੱਡੀ ਕੋਈ ਕਮਾਈ ਨਹੀਂ ਹੈਗੀ ਕੋਈ ਵੀ। ਸਤਿਗੁਰਾਂ ਨੇ ਐਸੀ ਡਿਊਟੀ ਬਖਸ਼ੀ ਹੈ, ਹਰ ਚੀਜ਼ ਦਿਸਦੀ ਹੈ। ਮੈਂ ਦੇਖਦਾ ਕਈ ਵਾਰੀ ਕਿ ਬੜੇ ਬੜੇ ਜਿਹੜੇ ਚਾਤੁਰ ਪੁਰਸ਼ ਵੀ, ਬੜੇ ਬੜੇ ਜਿਹੜੇ ਆ ਅਮੀਰ, ਬੜੇ ਬੜੇ ਆਪਣੇ ਕਹਿੰਦੇ ਕਮਾਉਂਦੇ, ਜਿਨ੍ਹਾਂ ਨਾਲ ਦੁਨੀਆ ਸਮਾਜ 'ਚ ਬੜੀ ਪ੍ਰਤਿਸ਼ਠਾ ਹੈ, ਪਰ ਅੰਦਰੋਂ ਵਿਚਾਰੇ ਖੋਖਲੇ ਹੋਏ ਪਏ ਨੇ। ਪਰ ਜਿਹੜੇ ਸਤਿਗੁਰਾਂ ਦੇ ਆਪਣਾ ਭੇਟ ਜਿਨ੍ਹਾਂ ਨੇ ਕਰ ਦਿੱਤਾ ਹੈ, ਜਿਹੜੇ ਉਸ ਚੀਜ਼ ਦੇ ਵਿੱਚ ਲੱਗੇ ਨੇ, ਉਸ ਚੀਜ਼ ਨੂੰ ਕਮਾਉਣ ਵਾਸਤੇ ਲੱਗੇ ਨੇ, ਭਾਵੇਂ ਬਾਹਰਲੇ ਤੌਰ 'ਤੇ, ਦੁਨਿਆਵੀ ਤੌਰ 'ਤੇ ਲੋਕ ਉਹਨਾਂ ਨੂੰ ਕਹਿੰਦੇ ਤੁਹਾਡੇ ਕੋਲ ਪੈਸਾ ਨਹੀਂ ਹੈਗਾ, ਤੁਹਾਡੇ ਕੋਲ ਘਰ-ਬਾਰ ਨਹੀਂ ਹੈਗਾ, ਤੁਹਾਡੇ ਕੋਲ ਆਹ ਨਹੀਂ ਹੈਗਾ, ਪਰ ਉਹ ਅੰਦਰੋਂ ਸੁਖੀ ਨੇ। ਫਿਕਰ ਨਹੀਂ ਉਹਨਾਂ ਨੂੰ ਕੋਈ ਵੀ। ਕਈ ਵਾਰੀ ਮੈਨੂੰ ਬੱਚੇ ਕੀ ਕਹਿਣਗੇ ਵੀ ਆਹ ਜਿਹੜੇ ਕੋਈ ਸੇਵਾਦਾਰ ਨੇ, ਇਹ ਪਤਾ ਨਹੀਂ ਕੀ ਕੋਈ ਕੰਮ ਕਰਦੇ ਵੀ ਹੈ ਕਿ ਨਹੀਂ ਵੀ ਕਰਦੇ, ਕਿ ਇਹ ਤਾਂ ਹਮੇਸ਼ਾ ਹੀ ਬਸ ਸੇਵਾ, ਜਦੋਂ ਵੇਖੀਦਾ ਇਹਨਾਂ ਨੂੰ ਹੁੰਦਾ। ਕਦੀ ਉਹਨਾਂ ਦੇ ਨਜ਼ਦੀਕ ਜਾ ਕੇ ਦੇਖੀਏ, ਕੋਈ ਕਮੀ ਨਹੀਂ ਗੁਰਮਤਿ ਨੇ ਛੱਡੀ ਹੈਗੀ। ਸਾਡੇ ਕੰਮ ਕੀਤਿਆਂ ਕਿੰਨੇ ਕੁ ਕੰਮ ਹੋਣ ਲੱਗੇ ਨੇ। ਕਈਆਂ ਦੀ ਸਾਰੀ ਉਮਰ ਲੰਘ ਗਈ, ਫਿਰ ਵੀ ਨਹੀਂ ਉਸ ਚੀਜ਼ 'ਚੋਂ ਨਿਕਲ ਪਾਏ। ਪਰ ਜਿਨ੍ਹਾਂ ਦੇ ਸਤਿਗੁਰ ਦਇਆ ਕਰਦੇ ਨੇ, ਕਿਰਪਾ ਕਰ ਦਿੰਦੇ ਨੇ, ਉਹਨਾਂ ਨੂੰ ਆਪ ਬਾਹਰ ਕੱਢ ਲੈਂਦੇ। ਤੇ ਉਹਨਾਂ ਨੇ ਫਰਮਾਇਆ ਕਿ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਸਾਰਾ ਕੁਛ ਹੀ ਉਹਨਾਂ ਦੇ ਸਤਿਗੁਰਾਂ ਦੇ ਉਸ ਨਾਮ 'ਚ ਆ ਜਾਂਦਾ ਹੈ। 68 ਤੀਰਥਾਂ ਦਾ ਜਿਹੜਾ ਉਹ ਕਹਿੰਦੇ ਆ ਕਿ ਜਿੰਨੇ ਪੁੰਨ, ਸਗਲ ਪੁੰਨ ਜੀ ਦਇਆ ਪ੍ਰਵਾਨ, ਜਿੰਨੇ ਵੀ ਮਨ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਆਹ ਕੰਮ ਕਰ ਲਈਏ, ਅਲੱਗ-ਅਲੱਗ ਜਿਹੜੇ ਗੁਰਮਤਿ ਸਾਨੂੰ ਸਾਰੇ ਛਡਾ ਦਿੰਦੇ ਨੇ। ਹੁਣ ਸਤਿਗੁਰਾਂ ਦੇ ਬੱਚੇ ਜਿਹੜੇ ਜੁੜੇ ਨੇ ਉਹਨਾਂ ਚੀਜ਼ਾਂ ਦੇ ਨਾਲ, ਉਹ ਕਦੀ ਕੋਈ ਤੀਰਥਾਂ 'ਤੇ ਨਹੀਂ ਗਏ, ਕਦੀ ਕੋਈ ਉਹਨਾਂ ਨੇ ਕੋਈ ਆਹ ਜਿਹੜੇ ਕੀ ਕਹਿੰਦੇ ਨੇ, ਆ ਜਿਹੜੀ ਵੱਡਿਆਂ ਦੀ ਪੂਜਾ ਕਰਦੇ ਨੇ, ਕਈ ਕੁਛ ਕੀ ਮੈਨੂੰ ਭੁੱਲ ਜਾਂਦਾ ਕਿ ਉਹ ਕਈ ਕੁਛ ਜਿਹੜੇ ਕੰਮ ਕਰਮ ਨੇ ਉਹ ਕਰਦੇ ਨੇ। ਕਈ ਘਰਾਂ ਦੇ ਵਿੱਚ ਬਸ ਇਹੋ ਹੀ ਕਿ ਕਦੀ ਮਹੀਨੇ ਬਾਅਦ ਆ ਗਿਆ ਜੀ, ਕਦੀ ਆਹ ਕਰਨੀ ਹੈ, ਇਹਦੀ ਪੂਜਾ ਕਰਨੀ ਹੈ, ਪਿੱਤਰਾਂ ਦੀ ਪੂਜਾ ਕਰਨੀ ਹੈ। ਬਈ ਜਿਹਨੇ ਗੁਰੂ ਨੂੰ ਪੂਜ ਲਿਆ, ਜਿਹਨੇ ਗੁਰੂ ਨੂੰ ਰਿਝਾ ਲਿਆ, ਉਹ ਫਿਰ ਉਹਦੇ ਪਿੱਛੇ ਕੀ ਰਹਿ ਗਿਆ? ਕੋਈ ਚੀਜ਼ ਨਹੀਂ ਉਹਦੇ ਪਿੱਛੇ ਰਹਿ ਗਈ। ਕਿਤੇ ਵੀ ਜਾਣ ਦੀ ਕੋਈ ਜ਼ਰੂਰਤ ਹੀ ਨਹੀਂ ਫਿਰ ਪੈਂਦੀ ਹੈਗੀ ਕਿਸੇ ਚੀਜ਼ ਦੀ। ਤੇ ਉਹਨਾਂ ਨੇ ਫਰਮਾਇਆ ਕਿ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਸਾਰੇ ਤੀਰਥਾਂ ਦਾ ਫਲ ਉਹਨਾਂ ਨੂੰ ਮਿਲ ਜਾਂਦਾ ਹੈ, ਕਿਉਂਕਿ ਜਿੱਥੇ ਤੀਰਥ ਕਿੱਥੋਂ ਬਣੇ ਨੇ? ਸਤਿਗੁਰਾਂ ਨੇ ਬਈ ਉਹਨਾਂ ਦੇ ਚਰਨ ਧਰੇ। ਜਿੱਥੇ ਚਰਨ ਧਰੇ, ਜਿੱਥੇ ਜਿੱਥੇ ਵੀ, ਚਾਹੇ ਉਹ ਪਹਾੜਾਂ 'ਚ, ਭਾਵੇਂ ਜੰਗਲਾਂ 'ਚ, ਭਾਵੇਂ ਕਿਤੇ ਵੀ ਕੋਈ ਬੰਜਰ ਧਰਤੀ 'ਤੇ ਜਿੱਥੇ ਜਿੱਥੇ ਚਰਨ ਧਰਨੇ, ਤੇ ਉੱਥੇ ਤੀਰਥ ਬਣ ਗਏ। ਇੱਕ ਸਾਖੀ ਇਹ ਕਹਿੰਦੇ ਕਿ ਕੋਈ
ਜੀਵ ਸੀ ਇਸ ਤਰ੍ਹਾਂ ਦਾ, ਤੇ ਉਹ ਮਨ ਦੇ ਵਿੱਚ ਉਹਦੇ ਜਿਸ ਤਰ੍ਹਾਂ ਕਈ ਹੁੰਦੇ ਨਾ ਬੜੇ ਤਰਕ ਕਰਦੇ ਨੇ ਹਰ ਚੀਜ਼ ਦੇ ਉਹਨਾਂ ਨੂੰ ਹੁੰਦਾ ਕਿ ਨਹੀਂ ਮੈਂ ਤਾਂ ਪੁੱਠਾ ਹੀ ਚੱਲਣਾ ਵਾ, ਦੇਖਾਂਗਾ ਕੀ ਹੁੰਦਾ। ਚਲੋ ਕੋਈ ਭਾਗ ਕਿਸੇ ਵਾਲੀ ਗੱਲ ਜਿਸ ਤਰ੍ਹਾਂ, ਤੇ ਕਹਿੰਦੇ ਕੋਈ ਇਸ ਤਰ੍ਹਾਂ ਦਾ ਬੰਦਾ ਸੀ, ਹੈ ਬ੍ਰਾਹਮਣ ਸੀ, ਤੇ ਕੰਮ ਉਹਨੇ ਮਤਲਬ ਕੋਈ ਕਰ ਦਿੱਤਾ ਇਸ ਤਰ੍ਹਾਂ ਸ਼ੁਰੂ ਕਿ ਮਨ 'ਚ ਕੋਈ ਕਿਸੇ ਗੱਲ ਤੋਂ ਹੋ ਕੇ ਕੋਈ ਖਿਆਲ ਇਸ ਤਰ੍ਹਾਂ ਦਾ ਫੜਿਆ, ਤੇ ਉਹਨੇ ਕੰਮ ਸਭ ਪੁੱਠੇ ਕਰਨੇ ਸ਼ੁਰੂ ਕਰ ਦਿੱਤੇ। ਨਹੀਂ ਮਨ ਨੂੰ ਚੈਨ ਆਇਆ, ਕਹਿੰਦਾ ਮੈਂ ਤਾਂ ਪੁੱਠਾ ਹੀ ਜਿਸ ਤਰ੍ਹਾਂ ਜਨਤ ਕਹਿੰਦੇ ਕਿ ਉਹਨੇ ਕੋਈ ਮੰਦਰ ਜਾਂ ਠਾਕੁਰ ਦੁਆਰਾ ਕਿਸ ਤਰ੍ਹਾਂ ਦੇ ਉਹਦੇ ਅੱਗੇ ਇੱਕ ਸਾਈਡ ਦੇ ਉੱਤੇ ਉਹਨੇ ਇੱਕ ਦੁਕਾਨ ਖੋਲ੍ਹ ਲਈ ਕਾਹਦੀ ਚਮੜੇ ਦੀ, ਕਿ ਜਿਸ ਤਰ੍ਹਾਂ ਜਾਣ ਬੁੱਝ ਕੇ ਜਿਸ ਤਰ੍ਹਾਂ ਕੰਮ ਕਰੇ ਦੇ ਕੰਮ ਕਰਦਾ ਸੀ ਸਾਰੇ ਹੀ ਮਾੜੇ। ਚਲੋ ਜੋ ਵੀ ਚੱਲਦਾ ਮੈਂ ਸ਼ਾਰਟਕਟ 'ਚ ਉਹਦੀ ਜਿਹੜੀ ਗੱਲ ਸਮਝਾਉਣਾ ਚਾਹ ਰਿਹਾ, ਦੱਸਦੇ ਕਿ ਉਹਦੀ ਮ੍ਰਿਤਿੂ ਆ ਗਈ, ਹੋ ਗਿਆ ਉਹਦਾ ਕੰਮ, ਉਹਦੇ ਧਰਮਰਾਜ ਦੇ ਦਰਬਾਰ 'ਚ ਪਹੁੰਚਿਆ। ਉੱਥੇ ਉਹਨਾਂ ਨੇ ਉਹ ਕਹਿੰਦੇ ਕਿ ਚਿੱਤਰਗੁਪਤ ਬੈਠਾ ਉਹਦੇ ਖਾਤੇ ਵੇਖਣ ਵਾਸਤੇ, ਜੋ ਵੇਖਣ ਲੱਗਾ ਕਹਿੰਦਾ ਕਿ ਇਹਨੇ ਕੋਈ ਕੰਮ 'ਚ ਚੰਗਾ ਕੀਤਾ ਹੀ ਕੋਈ ਨਹੀਂ ਹੈਗਾ, ਤੇ ਉਹਨੂੰ ਕਹਿ ਰਿਹਾ ਕਿ ਵੀ ਤੇਰੇ ਵਾਸਤੇ ਤੇ ਮੈਂ ਸੁਨਿਸ਼ਚਿਤ ਤੇ ਨਰਕਾਂ 'ਚ ਹੀ ਜਾਣਾ ਹੈ ਤੂੰ। ਤੇ ਧਰਮਰਾਜ ਨੇ ਹੋ ਗਿਆ ਕਿ ਵੀ ਇਹਨੂੰ ਕਰ ਦੋ ਨਰਕਾਂ 'ਚ, ਇਹਨੇ ਤਾਂ ਕੋਈ ਕੰਮ ਚੰਗਾ ਕੀਤਾ ਹੀ ਨਹੀਂ ਹੈ। ਪਰ ਕਹਿੰਦੇ ਕਿ ਇੱਕਦਮ ਕਰਦਿਆਂ ਇੱਕਦਮ ਉਹ ਠਹਿਰ ਗਏ, ਕੋਈ ਐਸੀ ਚੀਜ਼ ਤੇ ਐਸੇ ਕਰਮ ਤੇ ਉਹਦੀ ਨਜ਼ਰ ਪਈ ਕਿ ਜਿਸ ਤਰ੍ਹਾਂ ਕਹਿੰਦੇ ਉੱਠ ਕੇ ਖੜੇ ਹੋ ਗਏ। ਕਹਿੰਦੇ ਰੁਕ ਜਾਓ ਬਈ। ਧਰਮਰਾਜ ਕਹਿੰਦਾ ਕਿ ਚਿੱਤਰਗੁਪਤ ਨੂੰ ਪੁੱਛਿਆ ਕੀ ਕੰਮ, ਕਿਹੜਾ ਕਰਮ ਇਹਨੇ ਐਸਾ ਕੀਤਾ? ਤੂੰ ਆਪ ਹੀ ਤਾਂ ਦੱਸਿਆ ਕਿ ਸਾਰੀ ਉਮਰ ਇਹਨੇ ਕੋਈ ਕੰਮ ਚੰਗਾ ਕੀਤਾ ਹੀ ਨਹੀਂ ਆ, ਤੇ ਐਸਾ ਕਿਹੜਾ ਇੱਕ ਕਰਮ ਹੈ ਕਿ ਜਿਹੜਾ ਤੂੰ ਕਹਿ ਦਿੰਦਾ ਕਿ ਰੁਕ ਜਾਓ ਜੀ। ਜਦੋਂ ਉਹਨਾਂ ਨੇ ਦੇਖਿਆ ਤੇ ਉਹ ਕੀ ਕਰਮ ਸੀ, ਕਹਿੰਦੇ ਕਿ ਉੱਥੇ ਦੁਕਾਨ ਕਿੱਥੇ ਪਾਈ ਸੀ, ਕਿਸੇ ਮੰਦਰ ਜਾਂ ਠਾਕੁਰ ਦੁਆਰੇ ਦੇ ਅੱਗੇ, ਜਿੱਥੇ ਕੰਮ ਉੱਥੇ ਆਪਣਾ ਹੀ ਕਰਦਾ ਸੀ ਰੋਜ਼ ਚਮੜੇ ਦਾ ਹੀ। ਪਰ ਕਹਿੰਦੇ ਕਿ ਉਸ ਮੰਦਰ ਦੇ ਵਿੱਚ ਜਾਂ ਜਿਸ ਤਰ੍ਹਾਂ ਕੋਈ ਸਮਾਰੋਹ ਹੁੰਦੇ ਰਹਿੰਦੇ ਸੀ, ਤੇ ਉੱਥੇ ਕੋਈ ਸਾਧੂ ਸੰਤ ਆਉਂਦੇ ਹੀ ਰਹਿੰਦੇ ਸੀ ਉੱਥੇ। ਹੁਣ ਪੁਰਾਣੇ ਜਿਸ ਤਰ੍ਹਾਂ ਹੁੰਦੇ ਸੀ, ਰਾਹ ਹੁੰਦੇ ਸੀ, ਕੱਚੇ ਹੁੰਦੇ ਸੀ ਸਾਰੇ। ਇੱਕ ਸਮਝਣ ਵਾਸਤੇ ਅਸੀਂ ਦੇਖੀ ਕਿ ਉਹਨਾਂ ਨੇ ਦੱਸਿਆ ਸਾਖੀ ਦੇ ਵਿੱਚ ਕਿ ਉਹਨਾਂ ਨੇ ਮਿੱਟੀ ਜਿਹੜੀ ਸੀ, ਉਹ ਜਿਹੜੀ ਧੂੜ ਜਿਹੜੀ ਸੀ, ਤੇ ਉੱਥੇ ਬਈ ਸਾਧੂ ਜਿਹੜੇ ਆਉਂਦੇ ਸੀ ਉਹਨਾਂ ਦੇ ਪੈਰਾਂ ਦੇ ਨਾਲ ਉਹ ਠੱਪ ਕਰਦੇ, ਉਹ ਜਿਹੜੀ ਧੂੜ ਜਿਹੜੀ ਸੀ ਉੱਡ ਕੇ ਉਹ ਕਿਤੇ ਉਹਦੇ ਉੱਤੇ ਪੈਂਦੀ ਸੀ। ਉਹਦੇ ਨਾਲ ਹੀ ਕਹਿੰਦੇ ਕਿ ਉਹਦਾ ਜਿਹੜਾ ਕਰਮ ਜਿਹੜਾ ਸੀ, ਉਸ ਜਿਹੜੇ ਹੀ ਉਹਦੇ ਬਦਲ ਗਏ। ਉਹਨੂੰ ਖੁਦ ਨੂੰ ਵੀ ਨਹੀਂ ਪਤਾ ਇਸ ਚੀਜ਼ ਦਾ। ਗੁਰਮੁਖੀ ਕਈ ਵਾਰੀ ਫਰਮਾਉਂਦੇ ਹੁੰਦੇ ਸੀ, ਗੁਰਮੁਖੀ ਕਈ ਵਾਰੀ ਕੀ ਸੇਵਾਦਾਰ ਨੇ ਬੇਨਤੀ ਕਰਨੀ, ਗੁਰੂ ਮਹਾਰਾਜ ਜੀ ਉਹ ਸਾਡੇ ਘਰ 'ਚੋਂ ਫਲਾਣਾ ਸੇਵਾਦਾਰ ਜਾਂ ਤੁਹਾਡਾ ਜਿਹੜਾ ਉਹ ਨਹੀਂ ਸਾਡੀ ਮੰਨਦਾ, ਉਹ ਨਹੀਂ ਜੇ ਆਉਂਦਾ, ਉਹ ਨਹੀਂ ਇੱਦਾਂ ਕਰਦਾ। ਗੁਰੂ ਮਹਾਰਾਜ ਨੇ ਫਰਮਾਉਣਾ ਤੁਸੀਂ ਬੇਟੇ ਆਪਣਾ ਕੰਮ ਕਰੀ ਜਾਓ, ਡਿਊਟੀ ਤੁਸੀਂ ਆਪਣਾ ਕੰਮ ਕਰੋ, ਤੁਸੀਂ ਗੁਰੂ ਮਹਾਰਾਜ ਸਿਮਰਨ ਕਰੋ, ਧਿਆਨ ਕਰੋ, ਜੋ ਆਪਣਾ ਪੂਜਾ ਪਾਠ ਕਰ ਤੁਸੀਂ ਕਰੀ ਜਾਓ, ਬਈ ਉਹਨੂੰ ਕੋਈ ਗੱਲ ਨਹੀਂ ਰਹਿਣ ਦਿਓ। ਫਿਰ ਉਹਦੇ 'ਤੇ ਵੀ ਹੌਲੀ ਹੌਲੀ ਉਸ ਚੀਜ਼ ਜਿਹੜੇ ਜਦੋਂ ਅਸੀਂ ਉਸ ਬਚਨ 'ਤੇ ਚੱਲਦੇ ਹਾਂ, ਤੇ ਬਈ ਬੜੇ ਜਣਿਆਂ ਦਾ ਦੇਖਿਆ ਕਿ ਉਹ ਅਸਰ ਹੋਇਆ ਉਹਦੇ ਉੱਤੇ ਵੀ। ਉਹ ਜਿਹੜੀ ਧੂੜ ਸੀ ਉਹਨਾਂ ਦੇ ਉੱਤੇ ਵੀ ਪਈ, ਔਰ ਉਹ ਜਿਹੜੀ ਮੈਲ ਜਿਹੜੀ ਸੀ ਲੱਥਦਿਆਂ ਉਹ ਜਿਹੜੀ ਲੱਥ ਗਈ। ਇਸੇ ਤਰ੍ਹਾਂ ਉਹਨੇ ਫਰਮਾਇਆ ਹੈ ਕਿ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਵੀ ਉਹ ਸਿਰਫ ਇਹੋ ਹੀ ਬਚਨ ਉਹਨਾਂ ਦਾ ਮੰਨ ਲਈਏ, ਸਭ ਕੁਛ ਹੀ ਉਹਦੇ ਵਿੱਚ ਹੀ ਆ ਜਾਂਦਾ ਹੈ। ਹਾਂਜੀ, ਜਿਸਨੂੰ ਦੇਵੇ ਦਇਆ ਕਰ, ਸੋਈ ਪੁਰਖ ਸੁਜਾਨ। ਇਹ ਤਾਂ ਸਤਿਗੁਰਾਂ ਦੀ ਕਿਰਪਾ ਹੈ ਨਾ, ਉਹਨਾਂ ਦੀ ਦਇਆ ਹੈ, ਜਿਨ੍ਹਾਂ ਤੇ ਉਹਨਾਂ ਦੀ ਕਿਰਪਾ ਹੋ ਜਾਂਦੀ ਹੈ, ਜਿਸ ਨੂੰ ਉਹ ਸੱਚੇ ਨਾਮ ਦੀ ਬਖਸ਼ਿਸ਼ ਕਰ ਦਿੰਦੇ ਨੇ। ਕਹਿੰਦੇ ਉਹੀ ਬਈ ਸੁਜਾਕਾ ਹੈ, ਉਹੀ ਸੁਜਾਨ ਹੈ। ਨਹੀਂ ਤੇ ਪਤਾ ਹੀ ਨਹੀਂ ਚੱਲਦਾ ਇੱਥੇ ਕੁਛ ਵੀ। ਬੜੇ ਪੜ੍ਹਾਈਆਂ ਕੀਤੀਆਂ ਲਿਖਾਈਆਂ ਕੀਤੀਆਂ ਵੀ ਜਿਹੜੇ ਬੜੇ ਆ, ਉਹ ਵੀ ਐਸੀ ਜਗ੍ਹਾ ਮਾਰ ਖਾਂਦੇ ਨੇ ਕਿ ਪਤਾ ਹੀ ਨਹੀਂ ਲੱਗਦਾ। ਸਾਰੀ ਉਮਰ ਜਿਹੜੀ ਆ ਕਰਮ ਕੀਤੇ ਜਿਹੜੇ ਉਹ ਨਿਸ਼ਫਲ ਚਲੇ ਜਾਂਦੇ ਨੇ। ਪਰ ਜਿਨ੍ਹਾਂ 'ਤੇ ਸਤਿਗੁਰਾਂ ਦੀ ਦਇਆ ਹੋ ਜਾਂਦੀ, ਕਿਰਪਾ ਹੋ ਜਾਂਦੀ ਹੈ, ਉਹਨਾਂ ਨੂੰ ਉਹ ਅੱਖ ਮਿਲ ਜਾਂਦੀ ਹੈ। ਉਸ ਅੱਖ ਨਾਲ ਦੇਖ ਕੇ ਫਿਰ ਚੱਲਦੇ ਨੇ, ਤੇ ਬਈ ਕਦੀ ਫਿਰ ਠੋਕਰ ਨਹੀਂ ਖਾਂਦੇ। ਹਾਂਜੀ,
ਜਿਨ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਹਾਂਜੀ। ਮਾਗ ਸੁਚੇ ਸੇ ਕਾਢੀਏ, ਜਿਨ ਪੂਰਾ ਗੁਰ ਮਿਹਰਬਾਨ। ਰਾਧਾ ਸੁਆਮੀ ਜੀ, ਰਾਧਾ ਸੁਆਮੀ। ਤੁਹਾਨੂੰ ਫਰਮਾਇਆ ਕਿ ਜਿਨ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਹੁਣ ਜਿਸ ਤਰ੍ਹਾਂ ਪਿੱਛੇ ਸਾਰੇ ਵਚਨ ਆਏ, ਹੁਣ ਦੇਖੋ ਕਿੰਨੀ ਵੱਡੀ ਸ਼ੋਭਾ ਉਸ ਸਿੱਖ ਨੂੰ ਮਿਲ ਰਹੀ ਹੈ ਜਿਹੜਾ ਸਤਿਗੁਰਾਂ ਦੇ ਬਚਨਾਂ 'ਤੇ ਚੱਲ ਕੇ ਉਹਨਾਂ ਦੇ ਬਚਨਾਂ ਦੇ ਉਹਨਾਂ ਦੇ ਚਰਨਾਂ ਦੀ ਧੂੜ 'ਚ ਇਸ਼ਨਾਨ ਕਰਦਾ ਏ ਔਰ ਆਪ ਨਾਮ ਜਪਦਾ ਏ, ਦੂਸਰਿਆਂ ਨੂੰ ਜਪਣ ਵਾਸਤੇ ਪ੍ਰੇਰਿਤ ਕਰਦਾ ਏ। ਸਾਰੇ ਉਹਦੀਆਂ ਜਿਹੜੀਆਂ ਬਾਕੀ ਕੰਮ ਕੀਤੇ ਉਹਦੇ ਸਭ ਉਸੇ ਚੀਜ਼ 'ਚ ਹੀ ਮਨਜ਼ੂਰ ਆ ਗਏ। ਹੁਣ ਕਿਹਾ ਕਿ ਉਹਨੂੰ ਠਾਠਾਂ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ ਹੈ, ਉਹ ਘਰ ਬੈਠਾ ਹੀ ਉਹ ਤਰ ਜਾਂਦਾ ਹੈ, ਉਹਨੂੰ ਹੋਰ ਕਿਤੇ ਸਾਨੂੰ ਫਿਰ ਜਾਣ ਦੀ ਲੋੜ ਨਹੀਂ। ਤੇ ਹੁਣ ਅੱਗੇ ਫਰਮਾਇਆ ਕਿ ਜਿੰਨਾ ਮਿਲਿਆ ਪ੍ਰਭ ਆਪਣਾ। ਜਦੋਂ ਇਸ ਅਸੀਂ ਉਹਨਾਂ ਦੇ ਬਚਨਾਂ ਦੇ ਉੱਤੇ ਚੱਲਦੇ ਹਾਂ ਤੇ ਫਿਰ ਕਿਰਪਾ ਹੁੰਦੀ ਹੈ। ਉਹ ਜਿਹੜਾ ਅੰਦਰ ਹੀ ਛੁਪਿਆ, ਜਿਹੜਾ ਭਗਵਾਨ, ਜਿਹੜਾ ਵਾਹਿਗੁਰੂ ਪਰਮੇਸ਼ਵਰ ਈਸ਼ਵਰ, ਜਿਹੜਾ ਬਈ ਉਹਨੂੰ ਉਹਦੇ ਨਾਲ ਉਹਦਾ ਮਿਲਾਪ ਹੋ ਜਾਂਦਾ ਹੈ। ਨਹੀਂ ਤੇ ਇਹ ਬਾਹਰ ਦੌੜਦਾ ਰਹਿੰਦਾ ਹੈ ਮੰਦਰਾਂ 'ਚ ਮਸਜਿਦਾਂ ਦੇ ਵਿੱਚ, ਪਰ ਉਹ ਜਿਹੜਾ ਕੋਲ ਬੈਠਾ ਹੈ ਉਹਨੂੰ ਕਦੀ ਦੇਖਿਆ ਹੀ ਨਹੀਂ, ਉਹਦੇ ਵੱਲ ਕਦੀ ਧਿਆਨ ਹੀ ਨਹੀਂ ਜਾਂਦਾ, ਬਸ ਬਾਰ-ਬਾਰ ਹੀ ਦੀ ਦੌੜ ਸਾਰੀ ਉਮਰ ਚੱਲਦੀ ਰਹਿੰਦੀ ਹੈ। ਕਹਿੰਦੇ ਜਦੋਂ ਸਤਿਗੁਰਾਂ ਦੇ ਬਚਨ ਮੰਨ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਅੰਦਰ ਉਹ ਚਲੇ ਗਏ ਤੇ ਫਿਰ ਉਹ ਅੰਦਰੋਂ ਪ੍ਰਭੂ ਮਿਲ ਗਿਆ ਤੇ ਫਰਮਾਇਆ ਕਿ ਨਾਨਕ ਤਿਨ ਕੁਰਬਾਨ। ਸਤਿਗੁਰਾਂ ਨੇ ਕਿੱਡੀ ਵੱਡੀ ਸ਼ੋਭਾ ਦਿੱਤੀ, ਕਹਿੰਦੇ ਕਿ ਮੈਂ ਵੀ ਉਹਦੇ ਤੋਂ ਕੁਰਬਾਨ ਜਾਣਾ। ਜਿਹਨੇ ਉਹ ਸਤਿਗੁਰਾਂ ਦਾ ਬਚਨ ਮੰਨ ਕੇ ਉਸ ਰਸਤੇ 'ਤੇ ਚੱਲ ਕੇ ਉਸ ਸਬਬ ਨੂੰ ਪਾ ਲਿਆ ਏ, ਮੈਂ ਉਹਦੇ ਤੋਂ ਬਲਿਹਾਰ ਜਾਂਦਾ ਹਾਂ। ਕਿ ਫਰਮਾਇਆ ਕਿ ਮਾਘ ਸੁੱਚੇ ਸੋ ਕਾਢੀਏ, ਜਿਨ ਪੂਰਾ ਗੁਰ ਮਿਹਰਬਾਨ। ਦਿਨ ਵਾਰ ਤਾਂ ਸਾਰੇ ਹੀ ਵਧੀਆ ਨੇ। ਮੈਂ ਪਹਿਲਾਂ ਕਿਹਾ ਕਿ ਬੜਾ ਮਹੱਤਵ ਇਸ ਦਿਨ ਦਾ। ਸੰਗਰਾਂਦਾਂ ਜਿਸ ਤਰ੍ਹਾਂ ਸਾਰਾ ਸਾਲ ਹੁੰਦੀਆਂ ਨੇ, ਜਿਹੜੀ ਮਕਰ ਸੰਕ੍ਰਾਂਤੀ ਹੈ ਇਹ ਬੜੀ ਵੱਡੀ ਮੰਨੀ ਗਈ ਹੈ। ਬਹੁਤ ਲੋਕ ਜਿਹੜੇ ਨੇ ਵੀ ਅੱਜ ਦੇ ਦਿਨ 'ਤੇ ਪੁੰਨ ਦਾ ਕੰਮ ਕਰਦੇ ਨੇ, ਪਰ ਫਰਮਾਇਆ ਉਹ ਕਹਿੰਦੇ ਕਿ ਬਈ ਇਹਦੇ ਵਿੱਚ ਵੀ ਸਿਰਫ ਇਕੱਲੇ ਇਸ਼ਨਾਨ ਜਾਂ ਬਾਕੀ ਦਾਨ ਪੁੰਨ ਕਰਨ ਨਾਲ ਨਹੀਂ, ਐਸੇ ਕਰਮ ਕਰੀਏ ਕਿ ਜਿਹਦੇ ਨਾਲ ਉਹ ਗੁਰੂ ਮਿਹਰਬਾਨ ਹੋ ਜਾਵੇ। ਫਰਮਾਇਆ ਕਿ ਮਾਘ ਸੁੱਚੇ ਸੋ ਕਾਢੀਏ। ਬਾਕੀ ਸੁੱਚਾਂ ਇੱਥੇ ਕੋਈ ਕੰਮ ਨਹੀਂ ਕਰਨਗੀਆਂ, ਬਾਕੀ ਇੱਥੇ ਚੀਜ਼ਾਂ ਜਿਹੜੀਆਂ ਨੇ ਉਹਦੇ ਨਾਲ ਕੋਈ ਇੰਨੀ ਗਰੰਟੀ ਨਹੀਂ। ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਸਤਿਗੁਰੂ ਮਿਹਰਬਾਨ ਹੋ ਜਾਣ, ਤੇ ਬਈ ਫਿਰ ਤੇ ਕੋਈ ਲੋੜ ਹੀ ਨਹੀਂ ਕਿਸੇ ਚੀਜ਼ ਦੀ ਵੀ। ਜਿੱਥੇ ਸਤਿਗੁਰੂ ਮਿਹਰਬਾਨ ਹੋ ਜਾਂਦੇ ਨੇ, ਚਾਹੇ ਉਹਨੇ ਕੁਛ ਕੀਤਾ ਹੈ ਚਾਹੇ ਨਹੀਂ ਕੀਤਾ, ਉਹ ਤਰ ਜਾਂਦਾ ਹੈ। ਉਹਨੂੰ ਕੋਈ ਦੁਨੀਆ ਦੀ ਤਾਕਤ ਜਿਹੜੀ ਹੈ ਕੋਈ ਉਹਨੂੰ ਬੰਨ੍ਹ ਨਹੀਂ ਸਕਦੀ ਕਿਤੇ ਵੀ। ਜਿਸ ਤਰ੍ਹਾਂ ਇੱਕ ਕਰਜ਼ਾਈ ਬੰਦਾ ਹੋਵੇ, ਬਹੁਤ ਸਾਰਾ ਕਰਜ਼ਾ ਉਹਦੇ ਸਿਰ ਚੜਿਆ ਹੋਵੇ, ਉਹ ਕਿਸੇ ਨੂੰ ਕਵੇ ਵੀ, ਹੁਣ ਮੰਨ ਲਓ ਕਿਸੇ ਦੀ 50-60 ਸਾਲ ਏਜ ਹੈ, 70 ਸਾਲ ਏਜ ਹੈ, ਤੇ ਕਰਜ਼ਾ ਉਹਦੇ ਸਿਰ ਤੇ ਚੜਿਆ ਹੈ, ਤੇ ਉਹ ਕਹਿੰਦਾ ਕਿਸੇ ਨੂੰ ਗਰੰਟੀ ਵੀ ਦਿੰਦਾ ਕਿ ਕੋਈ ਨਹੀਂ ਮੈਂ ਮਿਹਨਤ ਕਰਕੇ ਲਾ ਦੂੰਗਾ ਤੇਰਾ ਕਰਜ਼ਾ। ਉਹਨੂੰ ਯਕੀਨ ਹੀ ਨਹੀਂ ਆਉਂਦਾ ਅਗਲੇ ਨੂੰ, ਕਹਿੰਦਾ ਤੂੰ ਕਰਜ਼ਾ ਕਿੱਥੋਂ ਲਾਏਂਗਾ, ਕਿੰਨੀ ਕੁ ਕਮਾਈ ਕਰ ਲਏਂਗਾ ਰੋਜ਼ ਦੀ। ਕਰਜ਼ਾ ਹੋਵੇ ਲੱਖਾਂ 'ਚ ਕਰੋੜਾਂ 'ਚ, ਤੇ ਉਹ ਕਹੇਗਾ ਕਿ ਤੂੰ ਰੋਜ਼ ਦੀ ਕਮਾਈ ਕਿੰਨੇ ਕਰੇਂਗਾ ਦੱਸ ਸਹੀ। ਉਹ 'ਤੇ ਵਿਸ਼ਵਾਸ ਨਹੀਂ ਕੋਈ ਕਰਦਾ। ਪਰ ਕੋਈ ਸੇਠ ਸ਼ਾਹੂਕਾਰ, ਕੋਈ ਐ ਤਗੜਾ ਜਿਹੜਾ ਕੋਈ ਉਹਦੀ ਜ਼ਿੰਮੇਵਾਰੀ ਚੁੱਕ ਲੈ ਕੇ ਕੋਈ ਫਿਕਰ ਨਾ ਕਰ, ਮੈਂ ਹੈਗਾ ਨਾ, ਮੈਂ ਤੈਨੂੰ ਦੇ ਦਾਂਗਾ, ਵੀ ਉਹ ਤਰ ਗਿਆ। ਕੋਈ ਉਹਦੀ ਮਿਹਨਤ ਨਹੀਂ, ਕੋਈ ਕੁਛ ਨਹੀਂ, ਬਸ ਉਹਦੀ ਜਾਮਨੀ ਪੈ ਗਈ ਤੇ ਬਈ ਉਹਦੇ ਵਿੱਚ ਉਹ ਮੁੜ ਕੇ। ਇਸੇ ਤਰ੍ਹਾਂ ਹੀ ਸਾਨੂੰ ਕੌਣ ਦੇਖਦਾ ਹੈ? ਜੇ ਅਸੀਂ ਆਪਣੀ ਚੀਜ਼ਾਂ ਨਾਲ ਉੱਦਾਂ ਨਿਕਲਣਾ ਚਾਹੀਏ ਤੇ ਕਦੀ ਨਿਕਲ ਨਹੀਂ ਸਕਦੇ। ਸਤਿਗੁਰੂ ਹੁਕਮ ਬਣਾ ਕੇ ਸਿਰਫ ਆਪਣਾ ਬਣਾਉਂਦੇ ਨੇ ਸਾਨੂੰ। ਗੁਰੂ ਮਹਾਰਾਜ ਫਰਮਾਉਂਦੇ ਸੀ ਕੋਈ ਨਾ ਕੋਈ ਗੁਣ ਤੇ ਕੋਈ ਨਾ ਕੋਈ ਇਹਦੇ ਕੋਲ ਕੁਛ ਐਸਾ ਹੋਵੇ ਕਿ ਗੁਰੂ ਦਾ ਬਣ ਹੋਵੇ। ਗੁਰੂ ਨੇ ਕਹਿਣਾ ਮਨ ਨਾਲ ਸੇਵਾ ਹੋਵੇ, ਤਨ ਨਾਲ ਹੋਵੇ, ਧਨ ਨਾਲ ਹੋਵੇ, ਕਿਸੇ ਤਰ੍ਹਾਂ ਦਾ ਕੋਈ ਅੰਗ ਤੇ ਸੇਵਾ ਦਾ ਇਹਦੇ ਕੋਲ ਹੋਵੇ। ਜੇ ਇਹਦੇ ਕੋਲ ਕੋਈ ਵੀ ਅੰਗ ਨਹੀਂ ਤੇ ਫਿਰ ਗੁਰੂ ਨੇ ਫਰਮਾਉਣਾ ਇਹ ਸੇਵਕ ਕਾਹਦਾ ਹੈ? ਇਹ ਕਿਸ ਤਰ੍ਹਾਂ ਆਪਣੇ ਆਪ ਨੂੰ ਸੇਵਕ ਕਹਿੰਦਾ ਹੈ? ਔਰ ਜਦੋਂ ਸਤਿਗੁਰਾਂ ਨਾਲ ਉਹ ਬਣ ਜਾਂਦਾ ਹੈ, ਮੇਲ ਬਣ ਜਾਂਦਾ, ਸਤਿਗੁਰੂ ਦੀ ਜ਼ਿੰਮੇਵਾਰੀ ਚੁੱਕ ਲੈਂਦੇ ਨੇ,
तो फिर बई गुरमाई कई बारी अपने संगत के बचन फरमाए की फरमाते होंगे सी कि बई माण कर लो जिन्ना हुंदा है, जिन्ना माण करोगे मैं उन्ना ही भरांगा। पर मैं कई बारी दसिया है जिन्ना मर्जी कर लो आउंदा ही नहीं है, आएगा तां ही जे मेहनत की होएगी, कोई वचन मन्निया होएगा तो गल बनेगी। नहीं तो सतगुਰਾਂ ने एक सत्संग फरमाया है कि ये मत्थे टेके जिहड़े झूठे, इहदा मान कीता झूठा, इहदा सब कुछ जिहड़ा झूठा। जिहदे अंदर दृढ़ता होए, होर कुछ ना होवे, इहनूं अपने सतगुਰਾਂ दा पता तो होवे, भरोसा तो होवे। जे ये उस तो अलावा भी कोई ना कोई चीज़ां देखदा फिरदा है, इहनूं शौक है किसी चीज़ का, इहदा मतलब कि इहदे अंदर हजे कुछ ना कुछ कमी है। दूसरी पातशाही दसते कि किन्नी देर वो वैष्णो माता के पहलां जाते रहे, इधर उधर फिरते रहे, कई थावां ते इशनान करते रहे, पर जो अपने सतगुਰਾਂ के चरणों च आ गए फिर नहीं किते गए। कदे वास्ते? गुरमति फरमाउंदे हुंदे सी, मैं आप दसदा, मैं कल परसों गल कोई गुरमति सेवादार बैठे सी दसदे पे सी, हुण इत्थे अपने लागे कोई घट मंदिर कोई घट गुरुद्वारे हैगे ने, गुरमति ने इस तरह से शुरू तो रखा, मैनू लागे होर तो छड्डो, लागे पिंड के रस्तियां का नहीं पता, मैनू कोई लागे पुछ लेना कि इस तो अगला पिंड किहड़ा हुंदा, मैनू ओहदा नहीं पता किहड़ा पिंड हैगा। भी असीं की लैना जे तो अपने अपने उत्ते सानू कोई हैगा मान कि मैं अपने बल नाल तर सकदा, मेरे को मेहनत कर सकदा, फिर तो चलो जी कर भी लईए किसी तरह, कम से कम होर नहीं तो बई अपना वो फड़ा तो दईए, किसी के हत्थ नहीं दे हत्थ फड़ा दईए। फिर जो है ही नहीं, दूसरी चीज़ ही नहीं हैगी, फिर मान काते करोगे? जे घर दे विच होवे ना कि चलो जी पैसा खत्म हो गया, कोई सोना चांदी हैगा, कोई जायदाद हैगी है, फिर एक तो नहीं फिर दूजे ते मान हुंदा, दूसरा नहीं तीसरे ते हुंदा है कि चल कोई नहीं, आ वेच के करजा ला दांगा, वो कर देवांगा। जो तो है ही कुछ नहीं, फिर तो तरला ही है बस। तो किसी चीज़ नाल भी इत्थों वो जिहड़ा साडा जिहड़ा वो नहीं मिटदा ही नहीं है। पता ही नहीं, सानू पता ही नहीं अपने किन्ने क कर्म दिन च असीं करदे हां, किन्ने क ख्याल मन च आउंदे ने, किन्ने क कर्म बणी जांदे ने, ते उहदा निपटारा इक्को एक वो सतगुर कर सकदे ने, वो ताकत कर सकदी है। साडे जिन्ने भी कीते कर्म जिहड़े ने, तो सोच के देखिए कि दिन च किन्नी देर असीं सिमरन करते हैं, किन्नी देर ध्यान करते हैं, किन्नी देर साडा मन जुड़ता है। पहली तो गल ये कि वध तो वध असीं बड़ा भी कोई करता है तो वो कहता जी मैं जी 2.5 घंटे सिमरन करता है, वो भी बहुत थोड़े होणगे। जे कोई 2.5 घंटे भी करता है तो 24 घंटिया के किन्ने बाकी ये डैगे जिहड़े, तो वो जिहड़े 2.5 घंटे भी किया उहदे विच भी मन जुड़िया, किन्ना क जुड़िया नाल, उहदे विच भी पता नहीं किन्ने क तरह के ख्याल, किन्ने क तरह के जिहड़ियां मूर्तां अगे आउंदियां रहियां। किस तरह वो निपटारा होएगा? इस करके जो सतगुਰਾਂ ने फरमाया कि भाई गुरु दे नूं अपना बना लो बस, फिर किसी चीज़ की लोड़ नहीं, फिर गुरु जाने तो वह काम जाने। फिर ताई उन्होंने स्वामी जी ने फरमाया कि गुरु राजी तो करता राजी, कर्म काल की चले ना बाजी, गुरु प्रसन्न होवे जिस जन पर वही जीव है सबसे ऊपर। पर क्या गुरु राजी तो करता राजी, गुरु नूं राजी करने वाला काम होर किहड़ा है? असी आपस में बैठे हैं, असी सोचिए कि सानू किसी ने राजी करना तो वह किस तरह करेगा? जो साडे कहने ते चलेगा, तो साडे कहने ते चलदा, साडा कहना मनदा है, असी उत्ते खुश हुन्ने आ। इसी तरह जे सतगुਰਾਂ के उस वचनों के उत्ते चलांगे, जो जिस तरह वो दसते हैं उस तरीके नाल चलांगे, तो उन्होंने खुशी आएगी, फिर किसी तरह का कोई कर्म नहीं होर कोई। पर जे वो नहीं बन रहा तो फिर बई जिन्ने मर्जी असीं कोई बाकी शुभ कर्म करिए, कोई फायदा नहीं कोई उन्होंने, क्योंकि करजे का नहीं पता, सानू किस पता हो तो फिर तो बंदा उस हिसाब नाल मिनती गिनती कर लवे कोई, तो वह पता ही कोई नहीं है। तो उन्होंने फरमाया कि मांग सुचे सो काढ़िए जिन पूरा गुरु मेहरबान, जिते वो पूरा गुरु मेहरबान होएगा उत्ते ते दया कृपा होएगी, उन्होंने कढ़ के इत्थों बाहर ले जाएगा। तो असी
ਮੈਂ ਪਹਿਲਾਂ ਜਿਹੜੀ ਬੇਨਤੀ ਕੀਤੀ ਹੈ ਕਿ ਆਪਣੇ ਮਨ ਦੇ ਵਿੱਚ ਇੱਕ ਪ੍ਰਣ ਕਰੀਏ। ਮੈਂ ਕਿਉਂ ਅੱਜ ਇਸ ਚੀਜ਼ 'ਤੇ ਜ਼ੋਰ ਦੇ ਰਿਹਾ ਹੈ, ਕਿਉਂਕਿ ਜਿਹੜੀ ਪਿੱਛੇ ਬੇਨਤੀ ਕੀਤੀ ਸੀ ਨਵੇਂ ਸਾਲ 'ਤੇ ਵੀ ਕਿ ਕਿੰਨੇ ਕਿੰਨੇ ਸਾਲ ਲੰਘ ਗਏ ਨੇ, ਕਿੰਨੇ ਪੁਰਾਣੇ ਹੋ ਗਏ ਨੇ, ਇੱਦਾਂ ਤੇ ਉਹ ਕਦੀ ਨਿਬੇੜਾ ਨਹੀਂ ਹੁੰਦਾ। ਜਿਹੜਾ ਕੰਮ ਕਰਨਾ ਹੈ ਅੱਜ ਤੋਂ ਹੀ ਕਰਨਾ ਹੈ, ਅੱਜ ਹੀ ਮਨ ਦੇ ਵਿੱਚ ਪ੍ਰਣ ਕਰਨਾ ਹੈ ਕਿ ਨਹੀਂ ਅੱਜ ਤੋਂ ਸ਼ੁਰੂ ਕਰ ਦਿੱਤਾ ਹੈ। ਬਸ ਪਤਾ ਹੈ ਨਾ ਸਭ ਨੂੰ ਕਿ ਬਈ ਸ਼ਾਮ ਨੂੰ ਰੋਟੀ ਖਾਣੀ ਹੈ, ਰਾਤ ਨੂੰ ਸੌਣਾ ਹੈ, ਸਵੇਰੇ ਉੱਠ ਕੇ ਬਈ ਬਰੱਸ਼ ਕਰਨਾ ਹੈ, ਪਾਣੀ ਪੀਣਾ ਹੈ, ਜੋ ਵੀ ਕਰਨਾ ਹੈ ਉਹਦੇ ਵਿੱਚ ਇਹਨੂੰ ਵੀ ਜੋੜ ਲਿਆ ਜਾਵੇ ਕਿ ਬਈ ਅੱਜ ਤੋਂ ਬਾਅਦ ਆਹ 1 ਘੰਟਾ ਜਿਹੜਾ ਵਾ ਇਹ ਅਸੀਂ ਸਿਰਫ ਸਤਿਗੁਰਾਂ ਦੇ ਲਿਖੇ ਇਹਦੇ, ਕਿਉਂਕਿ 1 ਘੰਟਾ ਨਾਲ ਕੋਈ ਨਹੀਂ ਹੁਣ ਰਹਿਣਾ ਤੇ 24 ਘੰਟੇ ਉਸ ਆ, ਪਰ ਇੱਕ ਇੱਕ ਕਰਕੇ ਸ਼ੁਰੂ ਕਰਾਂਗੇ। ਹੁਣ ਬਾਕੀ ਕੰਮਾਂ 'ਚ ਜਿਸ ਤਰ੍ਹਾਂ ਅਸੀਂ ਮਨ ਜਿਹੜਾ ਆ 24 ਘੰਟੇ ਕਿਸੇ ਨੂੰ ਬੈਠ ਕੇ ਯਾਦ ਤਾਂ ਨਹੀਂ ਕਰਦੇ ਅਸੀਂ, ਪਰ ਉਹਨਾਂ ਦੀ ਯਾਦਾਂ ਘੁੰਮਦੀਆਂ ਨਾ ਅੰਦਰ, ਕਿਉਂਕਿ ਰੋਜ਼ ਟਾਈਮ ਦਿੱਤਾ ਹੈ ਉਹਨਾਂ ਚੀਜ਼ਾਂ ਨੂੰ। ਇਸੇ ਤਰ੍ਹਾਂ ਜਦੋਂ ਅਸੀਂ ਇਹਨੂੰ ਟਾਈਮ ਦੇਵਾਂਗੇ ਆਪਣੇ ਆਪ ਅੰਦਰ ਉਹ ਚੀਜ਼ ਬਣੇਗੀ। ਥੋੜ੍ਹਾ ਟਾਈਮ ਕੱਢਣਾ ਸ਼ੁਰੂ ਕਰਾਂਗੇ ਤੇ ਫਿਰ ਉਹ ਜਿਹੜੀ ਦਸ਼ਾ ਬਣੇਗੀ, ਉਹਨੇ ਜਿਹਨੂੰ ਕਿਹਾ ਕਿ ਖਾਤੇ ਪੀਤੇ ਚਲਤੇ ਫਿਰਤੇ ਸੋਵਤ ਜਾਗਤ ਬਿਸਰ ਨਾ ਜਾਤ, ਫਿਰ ਉਹ ਦਸ਼ਾ ਬਣੇਗੀ ਕਿ ਜਿੱਥੇ ਮਰਜ਼ੀ ਕਰੀਏ, ਜੋ ਮਰਜ਼ੀ ਕਰਦੇ ਹੋਵਾਂਗੇ ਉਹ ਸਤਿਗੁਰਾਂ ਦਾ ਧਿਆਨ ਅੰਦਰ ਰਹੇਗਾ। ਫਿਰ ਜਦੋਂ ਸਤਿਗੁਰਾਂ ਦਾ ਧਿਆਨ ਰਹੇਗਾ, ਡਰ ਰਹੇਗਾ, ਫਿਰ ਕੋਈ ਮਾੜਾ ਕਰਮ ਨਹੀਂ ਅਸੀਂ ਕਰਾਂਗੇ। ਫਿਰ ਜਦੋਂ ਮਾੜਾ ਕਰਮ ਨਹੀਂ ਕਰਾਂਗੇ ਕੋਈ ਵੀ, ਤੇ ਬਈ ਸਤਿਗੁਰ ਕਿੱਦਾਂ ਨਾਰਾਜ਼ ਹੋਣਗੇ, ਫਿਰ ਉਹਨਾਂ ਦੀ ਖੁਸ਼ੀ ਹੋਏਗੀ। ਹਮੇਸ਼ਾ ਹੀ ਉਹ ਸਤਿਗੁਰਾਂ ਉਹ ਜਿਹੜੇ ਮਿਹਰਬਾਨ ਰਹਿਣਗੇ। ਜਦੋਂ ਉਹ ਮਿਹਰਬਾਨ ਨੇ ਤੇ ਫਿਰ ਸਾਨੂੰ ਕਾਹਦਾ ਫਿਕਰ, ਫਿਰ ਕੋਈ ਟੈਨਸ਼ਨ ਹੀ ਨਹੀਂ। ਤਾਂ ਸਤਿਗੁਰ ਦਇਆ ਕਿਰਪਾ ਕਰਨ, ਸਾਨੂੰ ਬਲ ਬਖਸ਼ਣ ਕਿ ਅਸੀਂ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਚੱਲ ਸਕੀਏ। ਕਿਉਂ ਮੈਂ ਕਈ ਵਾਰੀ ਕਿਹਾ ਹੈ ਕਿ ਕਹਿੰਦੇ ਚਤੁਰਾਈਆਂ ਕਿਹਨੇ ਨਾ ਪਾਇਆ, ਭੋਲੇ ਪਾ ਮਿਲੇ ਰਘੁਰਾਇਆ। ਚਾਹੇ ਕੋਈ ਬੱਚਾ ਵੀ ਹੈ ਨਾ ਛੋਟਾ ਜਿਹਾ, ਉਹ ਵੀ ਕੋਈ ਗਲਤੀ ਕਰਦਾ ਨਾ, ਤੇ ਉਹ ਵੀ ਆਪਣੇ ਆਪ ਨੂੰ ਬੜਾ ਚਾਤਰ ਸਮਝਦਾ ਹੈ ਕਿ ਮੇਰੀ ਚਤੁਰਾਈ ਦਾ ਕਿਹਨੂੰ ਪਤਾ ਹੈ, ਮੈਨੂੰ ਕਿਹਨੇ ਦੇਖਿਆ, ਮੈਨੂੰ ਨਹੀਂ। ਪਰ ਨਾ ਭੁੱਲੀਏ ਇਸ ਚੀਜ਼ ਨੂੰ, ਜਿਸ ਸਤਿਗੁਰ ਦੀ ਗੱਲ ਕਰ ਰਹੇ, ਜਿਸ ਪਰਮਾਤਮਾ ਦੀ, ਉਹ 24 ਘੰਟੇ ਸਾਨੂੰ ਦੇਖ ਰਿਹਾ, ਇੱਕ ਇੱਕ ਪਲ ਦੇਖ ਰਿਹਾ ਹੈ। ਜਦੋਂ ਸਾਡੇ ਮਨ 'ਚ ਇਹ ਖਿਆਲ ਆਉਂਦਾ ਨਾ ਕਿ ਸਾਨੂੰ ਨਹੀਂ ਦੇਖ ਰਿਹਾ, ਬਸ ਗਲਤੀ ਉੱਥੇ ਹੁੰਦੀ ਹੈ, ਕੰਮ ਉੱਥੇ ਹੁੰਦਾ ਹੈ। ਪਹਿਲਾਂ ਇਹੋ ਹੀ ਵਿਸ਼ਵਾਸ ਕਰੀਏ ਕਿ ਉਹ ਦੇਖ ਰਿਹਾ ਹੈ, ਹਮੇਸ਼ਾ ਹੀ ਦੇਖ ਰਿਹਾ ਹੈ। ਜੋ ਹੀ ਉਹਨਾਂ ਦੇ ਸਾਹਮਣੇ ਕਰਮ ਕਰ ਸਕਦੇ ਹਾਂ ਉਹ ਪਿੱਛੋਂ ਵੀ ਕਰੀ ਜਾਈਏ, ਕੋਈ ਗੱਲ ਨਹੀਂ। ਜੋ ਉਹਨਾਂ ਦੇ ਸਾਹਮਣੇ ਨਹੀਂ ਕਰ ਸਕਦੇ ਉਹ ਪਿੱਛੋਂ ਵੀ ਕਰਨ ਦੀ ਨਾ ਸੋਚੀਏ, ਇਹ ਨਾ ਸੋਚੀਏ ਕਿ ਨਹੀਂ ਉਹ ਕਿਹੜਾ ਦੇਖਦਾ ਪਿਆ ਹੈ। ਉਹ ਦੇਖਦਾ ਪਿਆ, ਹਮੇਸ਼ਾ ਹੀ ਦੇਖਦਾ ਪਿਆ। ਬਸ ਇੰਨਾ ਵਿਸ਼ਵਾਸ ਜਦੋਂ ਸਾਡੇ ਮਨ 'ਚ ਬਣ ਗਿਆ ਤੇ ਬਈ ਬੇੜਾ ਪਾਰ ਹੈ। ਸਤਿਗੁਰ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਮਨਜ਼ੂਰ ਕਰਨ। ਜਿਸ ਤਰ੍ਹਾਂ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਕਿ ਇੱਥੇ ਵੀ ਸੇਵਾਦਾਰ ਜਿਹੜੀ ਸੰਗਤ ਪਹੁੰਚੀ ਹੁੰਦੀ ਹੈ, ਔਰ ਕਈ ਆਪਣੇ ਘਰਾਂ 'ਚ ਬੈਠ ਕੇ ਉਹ ਸਤਿਗੁਰਾਂ ਦੀ ਯਾਦ 'ਚ ਉੱਥੇ ਜੁੜੇ ਹੁੰਦੇ ਨੇ। ਸਤਿਗੁਰ ਸਭ ਦੀਆਂ ਹਾਜ਼ਰੀਆਂ ਮਨਜ਼ੂਰ ਕਰਨ, ਸਭ ਨੂੰ ਉਦਿਆ ਕਰਨ, ਕਿਰਪਾ ਕਰਨ ਕਿ ਉਹਨਾਂ ਦੇ ਬਚਨ ਸਾਰੇ ਹੀ ਮੰਨ ਸਕਣ, ਔਰ ਉਹ ਜੋ ਕਿਰਪਾ ਦਾ ਪ੍ਰਸ਼ਾਦ ਹੈ ਹਰ ਇੱਕ ਤੱਕ ਪਹੁੰਚੇ ਜਾਣਾ। ਰਾਧਾ ਸੁਆਮੀ ਜੀ, ਰਾਧਾ ਸੁਆਮੀ।